स्वागत है ਤੁਹਾਡਾ ਅੱਜ ਦੀ ਇਸ +1 ਦੀ ਕੈਮਿਸਟਰੀ ਦੀ ਵੀਡੀਓ ਲੈਕਚਰ ਵਿੱਚ। ਅੱਜ ਦੇ ਲੈਕਚਰ ਵਿੱਚ ਅਸੀਂ ਕਈ ਇੰਪੋਰਟੈਂਟ ਟਰਮਸ ਪੜਾਂਗੇ। शुरू करते हैं ਆਪਾਂ सब तो पहला ऑर्बिटल नोड्स एंड ऑर्बिट बारे पढ़ांगे। तो शुरू करते हैं ਆਪਾਂ सब तो पहला ऑर्बिट देखते हैं की है। देखो ऑर्बिट असी बोहर्स मॉडल ਦੇ ਵਿੱਚ ਵੀ ਪੜਿਆ ਸੀ ਵੀ ਇੱਕ ਇਲੈਕਟ੍ਰੋਨ ਇੱਕ ਸਪੈਸੀਫਿਕ ਪਾਥ ਦੇ ਵਿੱਚ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਦਾ ਤੇ ਅਸੀਂ ਇੱਕ ਸਪੈਸੀਫਿਕ ਪਾਥ ਨੂੰ भी एक इलैक्ट्रॉन एक न्यूक्लियस के जो अराउंड एक स्पैसीफिक पाथ के विच रिवॉल्व करता तो असीं उस स्पैसीफिक पाथ नूं ऑर्बिट का नाम क्या सी। तो सब तो पहले असीं टर्म पढ़ांगे ऑर्बिट। देखो ऑर्बिट इज़ वैल डिफाइंड सर्कुलर पाथ अराउंड द न्यूक्लियस इन विच इलैक्ट्रॉन रिवॉल्व। मतलब एक तरह का वैल डिफाइंड सर्कुलर पाथ है ਨਿਊਕਲੀਅਸ ਦੇ ਅਰਾਊਂਡ ਵੀ ਰਿਵੋਲਵ ਕਰਦਾ ਅਤੇ ਅਸੀਂ ਉਸ ਪਾਥ ਨੂੰ ਹੀ ਔਰਬਿਟ ਕਹਿਣਾ। ਦੇਖੋ ਜਿਵੇਂ ਆ ਇੱਕ ਵੈਲ ਡਿਫਾਈਨਡ ਹੈ, ਇਹ ਜਿਵੇਂ ਸਰਕੂਲਰ ਹੀ ਆ ਤਾਂ ਔਰਬਿਟ ਇੱਕ ਮਤਲਬ ਐ ਸਮਝ ਲਓ ਵੀ ਇੱਕ ਫਿਕਸ ਕਰਤਾ ਵੀ ਬਸ ਵੀ ਇੰਨਾ ਹੀ ਆ ਵੀ ਮਤਲਬ ਇੰਨੀ ਦੂਰੀ ਦੀ ਘੁੰਮਣਾ। ਜਿਵੇਂ ਇੱਥੇ ਨਿਊਕਲੀਅਸ ਮੰਨ ਲਓ ਤਾਂ ਇਹਦਾ ਇੱਕ ਔਰਬਿਟ ਆ, ਜਿਵੇਂ ਇੱਕ ਕਹਿ ਲਓ ਵੀ ਇੱਕ ਸਾਡੀ ਅਰਥ ਦਾ ਔਰਬਿਟ ਆ ਸਨ ਦੇ ਅਰਾਊਂਡ, ਤਾਂ ਇਹ ਉਵੇਂ ਦਾ ਵਿੱਚ ਇੱਕ ਔਰਬਿਟ ਆ ਵੀ ਇੱਕ ਫਿਕਸ ਔਰਬਿਟ ਆ ਵੀ ਜਿਹਦੇ ਵਿੱਚ ਇਲੈਕਟ੍ਰੋਨ ਨੇ ਰਿਵੋਲਵ ਕਰਨਾ ਅਤੇ ਇਲੈਕਟ੍ਰੋਨ ਅਤੇ ਜਿਹੜਾ ਨਿਊਕਲੀਅਸ ਅਤੇ ਉਹ ਨਿਊਕਲੀਅਸ ਦੇ ਅਰਾਊਂਡ ਘੁੰਮੂਗਾ, ਮਤਲਬ ਵੀ ਰਿਵੋਲਵ ਕਰੂਗਾ। ਹਾਂਜੀ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਔਰਬਿਟਲ ਬਾਰੇ। ਵੈਸੇ ਔਰਬਿਟ ਅਤੇ ਔਰਬਿਟਲ ਦੋਨੇ ਕਨਫਿਊਜ਼ਿੰਗ ਥਿੰਗਸ ਹੁੰਦੀਆਂ ਨੇ। ਔਰਬਿਟ ਦੇ ਨਾਮ ਨੂੰ ਤੁਸੀਂ ਰਿਲੇਟ ਕਰੋ ਵੀ ਜਿਵੇਂ ਸਾਡੀ ਜੋ ਅਰਥ ਹੈ ਸਨ ਦੇ ਅਰਾਊਂਡ ਰਿਵੋਲਵ ਕਰਦੀ ਆ, ਉਹਦਾ ਇੱਕ ਸਪੈਸੀਫਿਕ ਔਰਬਿਟ ਹੈ ਵੀ ਜਿਸ ਔਰਬਿਟ ਦੇ ਅਰਾਊਂਡ ਉਹ ਸਨ ਦੇ ਦੁਆਲੇ ਰਿਵੋਲਵ ਕਰਦੀ ਹੈ। ਉਸ ਤੋਂ ਬਾਅਦ ਬੱਚੇ ਅਸੀਂ ਔਰਬਿਟਲ ਪੜ੍ਹਦੇ ਹਾਂ। ਦੇਖੋ ਔਰਬਿਟਲ ਕੀ ਹੁੰਦਾ, ਰੀਜ਼ਨ ਇਨ ਸਪੇਸ ਵੇਅਰ ਦੇਅਰ ਇਜ਼ ਨੋਨ ਜ਼ੀਰੋ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਐਨ ਇਲੈਕਟ੍ਰੋਨ। ਹਾਂਜੀ, ਜਿਵੇਂ ਹੁਣ ਮੰਨ ਕੇ ਚੱਲੋ ਸਾਡੇ ਕੋਲ ਨਿਊਕਲੀਅਸ ਆ ਅਤੇ ਅਸੀਂ ਨਿਊਕਲੀਅਸ ਦੇ ਆਲੇ ਦੁਆਲੇ ਇਲੈਕਟ੍ਰੋਨ ਨੂੰ ਫਾਈਂਡ ਆਊਟ ਕਰਨਾ। ਦੇਖੋ ਇਹ ਕੀ ਕਹਿ ਰਿਹਾ, ਔਰਬਿਟਲ ਬੱਚੇ ਇੱਕ ਤਰ੍ਹਾਂ ਦਾ ਰੀਜ਼ਨ ਆ, ਇੱਕ ਤਰ੍ਹਾਂ ਦਾ ਰੀਜ਼ਨ ਆ ਸਪੇਸ ਦੇ ਵਿੱਚ। ਕਹਿੰਦੇ ਜਿੱਥੇ ਨੋਨ ਜ਼ੀਰੋ ਪ੍ਰੋਬੇਬਿਲਿਟੀ ਆ, ਨੋਨ ਜ਼ੀਰੋ ਪ੍ਰੋਬੇਬਿਲਿਟੀ ਤੋਂ ਮਤਲਬ ਆ ਵੀ ਜ਼ੀਰੋ ਨਹੀਂ ਹੈਗੀ। ਇਹਦਾ ਮਤਲਬ ਬੱਚੇ ਵੀ ਸਾਨੂੰ ਇਲੈਕਟ੍ਰੋਨ ਮਿਲ ਸਕਦਾ। ਜਿਵੇਂ ਇੱਥੇ ਕਹਿੰਦਾ ਜ਼ੀਰੋ ਪ੍ਰੋਬੇਬਿਲਿਟੀ, ਤਾਂ ਮੈਂ ਇਹ ਕਹਿੰਦਾ ਸਾਨੂੰ ਇਲੈਕਟ੍ਰੋਨ ਮਿਲਣਾ ਹੀ ਨਹੀਂ ਹੈਗਾ। ਨੋਨ ਜ਼ੀਰੋ ਦਾ ਮਤਲਬ ਵੀ ਕਿਤੇ ਨਾ ਕਿਤੇ ਸਾਨੂੰ ਇਲੈਕਟ੍ਰੋਨ ਮਿਲ ਸਕਦਾ। ਠੀਕ ਹੈ, ਤਾਂ ਮੈਂ ਇਸ ਤੋਂ ਪਹਿਲਾਂ ਵੀ ਮਤਲਬ ਉਹ ਰੀਜ਼ਨ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਲੀਅਰ ਕਰਨੀ ਚਾਹੁੰਦਾ। ਜਿਵੇਂ ਦੇਖੋ ਬਾਉਂਡਰੀ ਸਰਫੇਸ ਪਲਾਟ ਹੁੰਦੇ ਨੇ। ਹਾਂਜੀ, ਜੇ ਤੁਸੀਂ ਐਵੇਂ ਦਾ ਨਾ ਦੇਖੋ, ਜੇ ਤੁਸੀਂ ਐਵੇਂ ਦਾ ਕੋਈ ਫਿਗਰ ਪੜ੍ਹੋਗੇ, ਹੁਣ ਦੇਖੋ ਇਹ ਕਹਿ ਰਹੇ ਡਾਰਕਰ ਦੀ ਰੀਜ਼ਨ ਗ੍ਰੇਟਰ ਦੀ ਪ੍ਰੋਬੇਬਿਲਿਟੀ। ਇਸ ਤਰ੍ਹਾਂ ਹੀ ਸਮਝ ਸਕਦੇ ਹੋ ਵੀ ਇੱਕ ਤਰ੍ਹਾਂ ਦਾ ਪਿਕਟੋਰੀਕਲ ਸਿੰਬਲ ਆ ਵੀ ਅਸੀਂ ਇਲੈਕਟ੍ਰੋਨ ਨੂੰ ਮਤਲਬ ਫਾਈਂਡ ਕਰਾਂਗੇ, ਉਸਨੂੰ ਨਿਊਕਲੀਅਸ ਦੇ ਅਰਾਊਂਡ ਫਾਈਂਡ ਕਰਾਂਗੇ। ਤਾਂ ਅਸੀਂ ਕਿਵੇਂ ਫਾਈਂਡ ਕਰਾਂਗੇ? ਦੇਖੋ ਇਹਨੂੰ ਮੰਨ ਕੇ ਚਲੋ ਵੀ ਇੱਕ ਤਰ੍ਹਾਂ ਦਾ ਇੱਥੇ ਨਿਊਕਲੀਅਸ ਆ ਅਤੇ ਨਿਊਕਲੀਅਸ ਦੇ ਆਲੇ ਦੁਆਲੇ ਦੇਖੋ ਜਿਹੜਾ ਡਾਰਕਰ ਰੀਜ਼ਨ ਆ, ਤਾਂ ਮੈਂ ਇੱਥੇ ਇਹ ਗੱਲ ਕਹਿ ਸਕਦਾ ਵੀ ਇੱਥੇ ਇਲੈਕਟ੍ਰੋਨ ਮਿਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇੱਥੇ ਮਿਲਣ ਦੀ ਜੋ ਪ੍ਰੋਬੇਬਿਲਿਟੀ ਇਲੈਕਟ੍ਰੋਨ ਦੀ ਬਹੁਤ ਜ਼ਿਆਦਾ ਆ, ਮਤਲਬ ਨੋਨ ਜ਼ੀਰੋ ਕਹਿ ਲਓ। ਇੱਥੇ ਵੀ ਨੋਨ ਜ਼ੀਰੋ, ਪਰ ਇੱਥੇ ਇਹਦੇ ਮੁਕਾਬਲੇ ਘੱਟ ਆ। ਜੇ ਮੈਂ ਇੱਥੇ ਗੱਲ ਕਰਾਂ ਤਾਂ ਇੱਥੇ ਬਿਲਕੁਲ ਹੀ ਨਹੀਂ ਹੈਗੀ, ਤਾਂ ਇੱਥੇ ਮੈਂ ਕਹਿ ਸਕਦਾ ਵੀ ਇੱਥੇ ਇਲੈਕਟ੍ਰੋਨ ਮਿਲਣ ਦੀ ਜੋ ਪ੍ਰੋਬੇਬਿਲਿਟੀ ਆ ਬੱਚੇ ਉਹ ਜ਼ੀਰੋ ਆ। ਅਤੇ ਕਦੇ ਵੀ ਸਾਨੂੰ ਐਵੇਂ ਦੀ ਮਤਲਬ ਇਹਨਾਂ ਨੂੰ ਵੈਸੇ ਬਾਉਂਡਰੀ ਸਰਫੇਸ ਪਲਾਟ ਕਹਿੰਦੇ ਨੇ। ਇਹਨਾਂ ਦਾ ਮਤਲਬ ਸਿਰਫ ਇਹੀ ਹੁੰਦਾ ਵੀ ਜਿੱਥੇ ਉਹ ਸਰਫੇਸ ਪਲਾਟ ਸਾਡਾ ਡਾਰਕਰ ਆ ਉੱਥੇ ਇਲੈਕਟ੍ਰੋਨ ਮਿਲਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਆ। ਜਿੱਥੇ ਉਹ ਮਤਲਬ ਥੋੜ੍ਹਾ ਘੱਟ ਸ਼ੇਡਡ ਹੋਣ ਲੱਗ ਗਏ, ਜਿਵੇਂ ਇੱਥੇ ਤੱਕ ਖਤਮ ਹੀ ਹੋ ਗਿਆ, ਤਾਂ ਇੱਥੇ ਕਹਿ ਸਕਦਾ ਵੀ ਜ਼ੀਰੋ ਪ੍ਰੋਬੇਬਿਲਿਟੀ ਆ। ਦੇਖੋ ਔਰਬਿਟਲ ਨੂੰ ਅਸੀਂ ਦੁਬਾਰੇ ਪੜ੍ਹਦੇ ਹਾਂ। ਰੀਜ਼ਨ ਇਨ ਸਪੇਸ ਵੇਅਰ ਦੇਅਰ ਇਜ਼ ਅ ਨੋਨ ਜ਼ੀਰੋ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਐਨ ਇਲੈਕਟ੍ਰੋਨ। ਮਤਲਬ ਉਹ ਸਪੇਸ ਦੇ ਵਿੱਚ ਉਹ ਰੀਜ਼ਨ ਜਿੱਥੇ ਸਾਨੂੰ ਇਲੈਕਟ੍ਰੋਨ ਮਿਲ ਹੀ ਸਕਦਾ, ਜਿੱਥੇ ਨੋਨ ਜ਼ੀਰੋ ਪ੍ਰੋਬੇਬਿਲਿਟੀ, ਜਿੱਥੇ ਪ੍ਰੋਬੇਬਿਲਿਟੀ ਜ਼ੀਰੋ ਨਹੀਂ ਹੋਈ। ਠੀਕ ਹੈ, ਉਸ ਤੋਂ ਬਾਅਦ ਬੱਚੇ ਦੇਖੋ ਜਿਵੇਂ ਇੱਥੇ ਦਿਖਾਇਆ ਹੋਇਆ, ਦੇਖੋ ਜਿਵੇਂ ਇੱਥੇ ਨਿਊਕਲੀਅਸ ਆ, ਮਤਲਬ ਇਹ ਨਿਊਕਲੀਅਸ ਦੇ ਅਰਾਊਂਡ ਜੋ ਥੋੜ੍ਹਾ ਪਾਥ ਹੈ, ਜੋ ਥੋੜ੍ਹਾ ਰੀਜ਼ਨ ਕਹਿ ਸਕਦਾ, ਉੱਥੇ ਮਿਲਣ ਦੀ ਜੋ ਪ੍ਰੋਬੇਬਿਲਿਟੀ ਉਹ ਬਹੁਤ ਜ਼ਿਆਦਾ। ਹਾਲਾਂਕਿ ਮਿਲਣ ਦੀ ਪ੍ਰੋਬੇਬਿਲਿਟੀ ਇੱਥੇ ਵੀ ਆ, ਪਰ ਇੱਥੇ ਮੈਂ ਇਹਦੇ ਕੰਪੇਰੇਬਲ ਘੱਟ ਕਹਿ ਸਕਦਾ, ਪਰ ਇੱਥੇ ਤਾਂ ਬਿਲਕੁਲ ਹੀ ਨਹੀਂ ਹੈਗੀ। ਇੱਥੇ ਤਾਂ ਮੈਂ ਜ਼ੀਰੋ ਪ੍ਰੋਬੇਬਿਲਿਟੀ ਕਹਿ ਸਕਦਾ। ਠੀਕ ਹੈ, ਤਾਂ ਔਰਬਿਟਲ ਕਲੀਅਰ ਹੋਇਆ। ਔਰਬਿਟਲ ਇੱਕ ਸਪੇਸ ਆ ਬੱਚੇ, ਰੀਜ਼ਨ ਦੇ ਇੱਕ ਤਰ੍ਹਾਂ ਦਾ ਰੀਜ਼ਨ ਆ ਸਪੇਸ ਦੇ ਵਿੱਚ ਜਿੱਥੇ ਇਲੈਕਟ੍ਰੋਨ ਦੇ ਮਿਲਣ ਦੀ ਨੋਨ ਜ਼ੀਰੋ ਪ੍ਰੋਬੇਬਿਲਿਟੀ ਆ, ਮਿਲਣ ਦੀ ਪ੍ਰੋਬੇਬਿਲਿਟੀ ਹੈਗੀ ਹੈ, ਸਾਨੂੰ ਇਲੈਕਟ੍ਰੋਨ ਉੱਥੇ ਫਾਈਂਡ ਹੋ ਜਾਊਗਾ। ਹਾਂਜੀ, ਉਸ ਤੋਂ ਬਾਅਦ ਪੜ੍ਹਦੇ ਨੋਡਸ ਕੀ ਹੁੰਦਾ, ਰੀਜ਼ਨ ਇਨ ਸਪੇਸ ਵੇਅਰ ਦੇਅਰ ਇਜ਼ ਜ਼ੀਰੋ ਪ੍ਰੋਬੇਬਿਲਿਟੀ। ਹਾਂਜੀ, ਇਹ ਉਲਟਾ ਆ ਗਿਆ ਨਾ ਬਿਲਕੁਲ। ਔਰਬਿਟਲ ਦੇ ਵਿੱਚ ਨੋਨ ਜ਼ੀਰੋ ਪ੍ਰੋਬੇਬਿਲਿਟੀ ਦਾ ਮਤਲਬ ਵੀ ਕੁਝ ਨਾ ਕੁਝ ਪ੍ਰੋਬੇਬਿਲਿਟੀ ਹੈ, ਪਰ ਨੋਡਸ ਦੇ ਵਿੱਚ ਬੱਚੇ ਪ੍ਰੋਬੇਬਿਲਿਟੀ ਕੀ ਹੋਊਗੀ? ਜ਼ੀਰੋ। ਸਾਨੂੰ ਮਿਲਣਾ ਹੀ ਨਹੀਂ ਇਲੈਕਟ੍ਰੋਨ, ਸਾਨੂੰ ਮਤਲਬ ਨੋਡਸ ਦੇ ਇਸ ਰੀਜ਼ਨ ਨੂੰ ਕਹਿ ਲਓ ਤੁਸੀਂ ਨੋਡਸ ਜਿਵੇਂ ਬਿਲਕੁਲ ਇੰਪਟੀ ਪਿਆ, ਇਹ ਜ਼ੀਰੋ ਪ੍ਰੋਬੇਬਿਲਿਟੀ ਵਾਲਾ ਰੀਜ਼ਨ ਆ। ਹਾਂਜੀ, ਕਲੀਅਰ ਹੋਇਆ। ਅਤੇ ਔਰਬਿਟਲ ਵਿਚਾਰੇ, ਹਾਂਜੀ ਜੋ ਤੁਹਾਡੀ ਬੁੱਕ 'ਤੇ ਔਰਬਿਟਲ ਦੇ ਵਿਚਾਰੇ ਡਿਫਰੈਂਸ ਵੀ ਹੋਏਗਾ, ਤੁਸੀਂ ਉਹ ਵੀ ਪੜ੍ਹਨਾ ਹੋਏਗਾ। ਉਮੀਦ ਹੈ ਤੁਹਾਨੂੰ ਉਹ ਵੀ ਸਾਰਾ ਕਲੀਅਰ ਹੋ ਜਾਏਗਾ ਇਸ ਤੋਂ। ਠੀਕ ਹੈ, ਅਤੇ ਉਸ ਤੋਂ ਬਾਅਦ ਟੋਪਿਕ ਪੜ੍ਹਦੇ ਹਾਂ ਕੁਆਂਟਮ ਨੰਬਰ। ਹਾਂਜੀ, ਕੁਆਂਟਮ ਨੰਬਰ ਦਾ ਜਿਵੇਂ ਇੱਕ ਬੇਸਿਕ ਆਈਡੀਆ ਤੁਹਾਡੇ ਮਾਈਂਡ ਦੇ ਵਿੱਚ ਬਿਠਾਵਾਂ ਤਾਂ ਦੇਖੋ ਜਿਵੇਂ ਮੰਨ ਕੇ ਚਲੋ ਸਾਡੇ ਨਾਮ 'ਤੇ ਇੱਕ ਪਾਰਸਲ ਆਉਂਦਾ
ਤਾਂ ਪਾਰਸਲ ਦਾ ਕੀ ਹੁੰਦਾ, ਸਭ ਤੋਂ ਪਹਿਲਾਂ ਦੇਖੋ ਉੱਥੇ ਆਪਾਂ ਸਟੇਟ ਭਰਦੇ ਹਾਂ, ਪੰਜਾਬ ਦਾ ਬੰਦਾ ਜੀ, ਉਸ ਤੋਂ ਬਾਅਦ ਭਰਦੇ ਹਾਂ ਅਸੀਂ ਜ਼ਿਲ੍ਹਾ ਤਰਨਤਾਰਨ ਦਾ ਹੋਏ, ਉਸ ਤੋਂ ਬਾਅਦ ਭਰਦੇ ਹਾਂ ਅਸੀਂ ਪਿੰਡ ਤੋਂ ਬਾਅਦ ਸਾਡਾ ਪਰਸਨਲ ਨਾਮ, ਸਾਡੇ ਫਾਦਰ ਸਾਹਿਬ ਦਾ ਨਾਮ, ਸਾਡੇ ਘਰ ਦਾ ਮਤਲਬ ਮਕਾਨ ਨੰਬਰ ਹੁੰਦਾ। ਤਾਂ ਜਿਵੇਂ ਕਹਾਂ ਵੀ ਅਸੀਂ ਕਿਸੇ ਵੀ ਇਲੈਕਟ੍ਰੋਨ ਨੂੰ ਸਪੈਸੀਫਾਈ ਕਰਨਾ, ਮਤਲਬ ਅਸੀਂ ਇਲੈਕਟ੍ਰੋਨ ਕਹਿਣ ਦਾ ਭਾਵ ਲੱਭ ਲਿਆ ਰੀਜ਼ਨ ਦੇ ਵਿੱਚ ਵੀ ਉੱਥੇ ਰੀਜ਼ਨ ਪਿਆ, ਪਰ ਸਾਨੂੰ ਰੀਜ਼ਨ ਤਾਂ ਹੁਣ ਰੀਜ਼ਨ ਤਾਂ ਬਹੁਤ ਵੱਡਾ ਹੋ ਸਕਦਾ, ਜਿਵੇਂ ਤਰਨਤਾਰਨ ਰੀਜ਼ਨ ਹੀ ਬਹੁਤ ਵੱਡਾ, ਹੁਣ ਤਰਨਤਾਰਨ ਦੇ ਵਿੱਚੋਂ ਆਪਣਾ ਪਾਰਸਲ ਹੀ ਕਿਵੇਂ ਮਿਲੂਗਾ। ਤਾਂ ਹਰ ਬੰਦੇ ਦਾ ਇੱਕ ਐਡਰੈਸ ਹੁੰਦਾ, ਐਵੇਂ ਸਮਝ ਲਓ ਵੀ ਇਲੈਕਟ੍ਰੋਨ ਦਾ ਵੀ ਇੱਕ ਸਪੈਸੀਫਿਕ ਐਡਰੈਸ ਹੁੰਦਾ, ਉਹ ਹੁੰਦੇ ਨੇ ਬੱਚੇ ਕੁਆਂਟਮ ਨੰਬਰ, ਅਤੇ ਕੁਆਂਟਮ ਨੰਬਰ ਹੁੰਦੇ ਨੇ 4। ਅਤੇ ਸਾਨੂੰ ਮਤਲਬ ਜੇ ਸਾਨੂੰ ਚਾਰੇ ਕੁਆਂਟਮ ਨੰਬਰ ਪਤਾ ਲੱਗ ਜਾਣ ਤਾਂ ਅਸੀਂ ਇਹ ਕਹਿ ਲਾਂਗੇ ਵੀ ਸਾਨੂੰ ਤਰਨਤਾਰਨ ਦੇ ਵਿੱਚ ਉਹ ਬੰਦੇ ਦਾ ਐਡਰੈਸ ਪਤਾ ਲੱਗ ਜੂ, ਮਤਲਬ ਸਾਨੂੰ ਇਲੈਕਟ੍ਰੋਨ ਜਿੱਥੇ ਪਿਆ ਸਾਨੂੰ ਉਹਦਾ ਐਡਰੈਸ ਪਤਾ ਲੱਗ ਜੂਗਾ, ਸਪੈਸੀਫਿਕ ਐਡਰੈਸ ਜਿੱਥੇ ਉਹ ਮਿਲਦਾ। ਤਾਂ ਦੇਖੋ ਵੀ ਲਰਨ ਦੀ ਇਲੈਕਟ੍ਰੋਨ ਵੇਅਰ ਇਟ ਇਜ਼ ਫਾਊਂਡ, ਅਸੀਂ ਲੱਭ ਲਿਆ ਇਲੈਕਟ੍ਰੋਨ ਕਿੱਥੇ, ਪਰ ਟੂ ਫਾਈਂਡ ਐਕਚੁਅਲ ਪੋਜੀਸ਼ਨ, ਉਹਦੀ ਐਕਚੁਅਲ ਪੋਜੀਸ਼ਨ ਮਤਲਬ ਲੱਭਣੀ ਹੈ। ਦੇਅਰ ਆਰ 4 ਪੈਰਾਮੀਟਰ, ਤਾਂ ਸਾਨੂੰ 4 ਪੈਰਾਮੀਟਰ ਨੋਨ ਹੋਣੇ ਚਾਹੀਦੇ ਨੇ, ਸਾਨੂੰ 4 ਪੈਰਾਮੀਟਰ ਪਤਾ ਹੋਣੇ ਚਾਹੀਦੇ ਨੇ, ਅਤੇ ਉਹਨਾਂ ਨੂੰ ਅਸੀਂ ਕੁਆਂਟਮ ਨੰਬਰ ਕਹਿੰਦੇ ਹਾਂ। ਸਭ ਤੋਂ ਪਹਿਲਾਂ ਹੈ ਬੱਚੇ ਸਭ ਤੋਂ ਪਹਿਲਾ ਪੈਰਾਮੀਟਰ ਹੈ ਪ੍ਰਿੰਸੀਪਲ ਕੁਆਂਟਮ ਨੰਬਰ, ਐਂਡ ਉਸਨੂੰ ਅਸੀਂ ਐਨ ਨਾਲ ਡੋਨੇਟ ਕਰਦੇ ਹਾਂ। ਉਸ ਤੋਂ ਬਾਅਦ ਵਿੱਚ ਐਜ਼ੀਮਿਊਥਲ ਕੁਆਂਟਮ ਨੰਬਰ, ਉਸਨੂੰ ਐਲ ਨਾਲ ਡੋਨੇਟ ਕਰਦੇ ਹਾਂ। ਉਸ ਤੋਂ ਬਾਅਦ ਵਿੱਚ ਮੈਗਨੈਟਿਕ ਕੁਆਂਟਮ ਨੰਬਰ, ਉਸਨੂੰ ਐਮ ਐਲ ਨਾਲ ਡੋਨੇਟ ਕਰਦੇ ਹਾਂ। ਐਂਡ ਉਸ ਤੋਂ ਬਾਅਦ ਸਪਿਨ ਕੁਆਂਟਮ ਨੰਬਰ, ਉਸਨੂੰ ਅਸੀਂ ਐਮ ਐਸ ਨਾਲ ਡੋਨੇਟ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚੇ ਅਸੀਂ ਪੜ੍ਹਾਂਗੇ ਪ੍ਰਿੰਸੀਪਲ ਕੁਆਂਟਮ ਨੰਬਰ। ਪ੍ਰਿੰਸੀਪਲ ਕੁਆਂਟਮ ਨੰਬਰ ਤੁਸੀਂ ਪਹਿਲਾਂ ਵੀ ਪੜ੍ਹ ਲਿਆ ਹੋਏਗਾ। ਦੇਖੋ ਪ੍ਰਿੰਸੀਪਲ ਕੁਆਂਟਮ ਨੰਬਰ ਨੂੰ ਅਸੀਂ ਐਨ ਨਾਲ ਡੋਨੇਟ ਕਰਦੇ ਹਾਂ। ਤਾਂ ਜੇ ਮੈਂ ਜਰਨਲੀ ਗੱਲ ਕਰਾਂ ਵੀ ਪ੍ਰਿੰਸੀਪਲ ਕੁਆਂਟਮ ਨੰਬਰ ਹੈ ਕੀ ਆ ਬੱਚੇ, ਪ੍ਰਿੰਸੀਪਲ ਕੁਆਂਟਮ ਨੰਬਰ ਸਾਨੂੰ ਮੇਨ ਸ਼ੈੱਲ ਦੱਸਦਾ। ਜਿਵੇਂ ਬੋਹਰਜ਼ ਮਾਡਲ ਦੇ ਵਿੱਚ ਅਸੀਂ ਪੜ੍ਹਿਆ ਸੀ ਵੀ KLMN ਪੜ੍ਹਿਆ ਸੀ ਨਾ, ਤਾਂ ਇਹ ਬਸ ਬੇਸਿਕਲੀ ਬਿਲਕੁਲ ਉਸੇ ਤਰ੍ਹਾਂ ਦਾ ਹੀ ਆ, KLMN ਹੀ ਦੱਸਦਾ। ਥੋੜ੍ਹਾ ਕਲੈਰੀਫਾਈ ਕਰ ਦਿੰਦਾ। ਦੇਖੋ ਜਿਵੇਂ ਕਹਿ ਲਓ ਵੀ ਜਿਵੇਂ ਦੇਖੋ ਸਾਨੂੰ ਮੇਨ ਸ਼ਬ ਸ਼ੈੱਲ ਦੱਸਦਾ। ਮੇਨ ਸ਼ਬ ਸ਼ੈੱਲ ਦਾ ਮਤਲਬ ਕੀ ਹੁੰਦਾ, ਜਿਵੇਂ ਨਿਊਕਲੀਅਸ ਆ, ਜੋ ਬੱਚੇ ਪਹਿਲਾ ਸ਼ੈੱਲ ਹੋਊਗਾ ਉਹ K ਹੀ ਹੋਊ, ਪੱਕਾ ਹੀ ਆ। ਜੋ ਉਸ ਤੋਂ ਬਾਅਦ ਹੋਊਗਾ KL, ਫਿਰ M, ਫਿਰ N, ਫਿਰ QN। ਦੇਖੋ ਅਸੀਂ N ਨਾਲ ਡੋਨੇਟ ਕਰਦੇ ਹਾਂ ਨਾ ਕੁਆਂਟਮ ਨੰਬਰ ਨੂੰ। ਤਾਂ ਦੇਖੋ ਹੁਣ N ਦੀਆਂ ਅਸੀਂ ਵੈਲਿਊ ਸਿੱਖਣੀਆਂ ਨੇ ਵੀ ਕਿਹੋ ਜਿਹੀਆਂ ਵੈਲਿਊਜ਼ ਹੋਣਗੀਆਂ। ਸਭ ਤੋਂ ਪਹਿਲਾਂ ਇੱਥੇ ਅਸੀਂ N ਲਿਖ ਲੈਣੇ। N ਜੇ 1 ਆ ਤਾਂ K ਸ਼ੈੱਲ, N ਜੇ 2 ਆ ਤਾਂ KL, N ਜੇ 3 ਆ ਤਾਂ KLM, ਜੇ N ਦੀ ਵੈਲਿਊ 4 ਆ ਤਾਂ KLMN। ਠੀਕ ਹੈ, ਤਾਂ ਇਹਦੇ ਅਰਾਊਂਡ ਹੁੰਦੀਆਂ ਨੇ। ਤਾਂ ਸਾਨੂੰ ਇਕੱਲੇ ਸ਼ੈੱਲ ਬਾਰੇ ਨੌਲੇਜ ਹੋਣੀ ਚਾਹੀਦੀ ਆ ਵੀ ਇੱਕ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ ਸਕਦੇ ਨੇ। ਤਾਂ ਮੈਂ ਤੁਹਾਨੂੰ ਉਸ ਦਿਨ ਫਾਰਮੂਲਾ ਦੱਸਿਆ ਸੀ ਵੀ ਕੋਈ ਵੀ ਸ਼ੈੱਲ, ਬੱਚੇ ਧਿਆਨ ਰੱਖਣਾ, ਪ੍ਰਿੰਸੀਪਲ ਕੁਆਂਟਮ ਨੰਬਰ ਸਾਨੂੰ ਮੇਨ ਸ਼ੈੱਲ ਦੱਸਦਾ। ਮੇਨ ਸ਼ੈੱਲ, ਸ਼ਬ ਸ਼ੈੱਲ ਹੋਰ ਚੀਜ਼ ਹੁੰਦੀ ਸੀ, ਸ਼ੈੱਲ ਬਾਰੇ ਪੜ੍ਹ ਰਹੇ। ਪ੍ਰਿੰਸੀਪਲ ਕੁਆਂਟਮ ਨੰਬਰ ਸਾਨੂੰ ਸ਼ੈੱਲ ਦੱਸਦਾ। ਤਾਂ ਸਭ ਤੋਂ ਮੇਨ ਗੱਲ ਵੀ ਸਾਨੂੰ ਜੇ ਇਹ ਪਤਾ ਲੱਗ ਜਾਏ ਵੀ ਇੱਕ ਸ਼ੈੱਲ ਕਿੰਨੇ ਇਲੈਕਟ੍ਰੋਨ ਅਕੋਮੋਡੇਟ ਕਰ ਸਕਦਾ, ਸਾਡਾ ਕੰਮ ਹੋਰ ਸਿੰਪਲ ਹੋ ਜਾਏਗਾ। ਅਸੀਂ ਆਪਣੀ ਅਸੀਂ ਉਸ ਅਕੋਰਡਿੰਗ ਅਸੀਂ ਕਨਫੀਗਰੇਸ਼ਨ ਫਿਲ ਕਰਦੇ ਜਾਵਾਂਗੇ। ਠੀਕ ਹੈ, ਤਾਂ ਜੇ ਮੈਂ ਇੱਕ ਫਾਰਮੂਲਾ ਤੁਹਾਨੂੰ ਦੱਸਾਂ, ਹਾਂਜੀ, ਜੋ ਫਾਰਮੂਲਾ ਹੁੰਦਾ ਬੱਚੇ ਕੋਈ ਵੀ ਸ਼ੈੱਲ ਕਿੰਨੇ ਨੰਬਰ ਆਫ ਮੈਕਸੀਮਮ ਇਲੈਕਟ੍ਰੋਨ ਅਕੋਮੋਡੇਟ ਕਰ ਸਕਦਾ, ਉਹਦਾ ਫਾਰਮੂਲਾ ਹੁੰਦਾ ਬੱਚੇ 2N ਦੀ ਸਕੇਅਰ। ਪਹਿਲਾਂ ਵੀ ਪੜ੍ਹਾਇਆ ਹੋਇਆ। ਹਾਂਜੀ, ਜਿਵੇਂ ਇਸ ਫਾਰਮੂਲੇ ਨੂੰ N ਬੱਚੇ ਇੱਥੇ ਪ੍ਰਿੰਸੀਪਲ ਕੁਆਂਟਮ ਨੰਬਰ ਹੈ। ਜਿਵੇਂ N ਇੱਥੇ 1 ਭਰਾਂ ਦੇ ਇੱਥੇ 2 ਹੁੰਦਾ, ਜੇ N ਇੱਥੇ 2 ਭਰਾਂ 2 2 4 4 2 8, ਜੇ N 3 ਭਰਾਂ 3 3 9 9 3 18, ਉਸ ਤੋਂ ਬਾਅਦ 4 ਭਰਾਂ 4 4 32। ਤਾਂ ਦੇਖੋ K ਸ਼ੈੱਲ ਬੱਚੇ 2 ਇਲੈਕਟ੍ਰੋਨ ਅਕੋਮੋਡੇਟ ਕਰ ਸਕਦਾ। L ਸ਼ੈੱਲ ਬੱਚੇ 8 ਇਲੈਕਟ੍ਰੋਨ ਹੀ ਅਕੋਮੋਡੇਟ ਕਰ ਸਕਦਾ। ਤਾਂ 18 ਐਂਡ 32। ਠੀਕ ਹੈ, ਗੱਲ ਹੋਰ ਦੱਸ ਦਿੰਦਾ। ਜਿਵੇਂ ਦੇਖੋ ਇਸ K ਸ਼ੈੱਲ ਨੂੰ ਸਪੈਸੀਫਿਕ ਕਰਤਾ ਸੀ, L ਸ਼ੈੱਲ ਨੂੰ ਸਪੈਸੀਫਿਕ ਕਰਤਾ ਸੀ, M ਸ਼ੈੱਲ ਨੂੰ ਸਪੈਸੀਫਿਕ ਕਰਤਾ। ਤਾਂ ਇੱਕ ਤਰ੍ਹਾਂ ਦਾ ਹੀ ਡਿਸਟੈਂਸ ਵੀ ਦੱਸਦਾ ਨਿਊਕਲੀਅਸ ਤੋਂ ਵੀ ਕਿੰਨਾ ਦੂਰ ਆ ਤੁਹਾਡਾ ਸ਼ੈੱਲ। ਕਲੀਅਰ? ਤਾਂ ਬੱਚੇ ਡਿਸਟੈਂਸ ਦੱਸਦਾ, ਐਨਰਜੀ ਲੈਵਲ ਦੱਸਦਾ। ਐਨਰਜੀ ਲੈਵਲ ਤੋਂ ਮੈਂ ਤੁਹਾਨੂੰ ਉਸ ਦਿਨ ਗੱਲ ਕਲੀਅਰ ਕਰਤੀ ਸੀ, ਇੱਕ ਵਾਰੀ ਹੋਰ ਆਪਾਂ ਕਲੀਅਰ ਕਰ ਲੈਂਦੇ ਹਾਂ। ਹਾਂਜੀ, ਦੇਖੋ ਜਿਹੜਾ ਸ਼ੈੱਲ ਬੱਚੇ ਧਿਆਨ ਨਾਲ, ਜਿਹੜਾ ਸ਼ੈੱਲ ਨਿਊਕਲੀਅਸ ਦੇ ਜਿੰਨਾ ਜ਼ਿਆਦਾ ਨਜ਼ਦੀਕ ਹੋਏਗਾ ਉਹਦੀ ਐਨਰਜੀ ਬੱਚੇ ਉਨੀ ਘੱਟ ਹੋਏਗੀ। ਜਿਹੜਾ ਸ਼ੈੱਲ ਨਿਊਕਲੀਅਸ ਤੋਂ ਜਿੰਨਾ ਜ਼ਿਆਦਾ ਦੂਰ ਹੋਏਗਾ ਉਹਦੀ ਐਨਰਜੀ ਉਨੀ ਜ਼ਿਆਦਾ ਹੋਏਗੀ। ਅੱਗੇ ਜਾ ਕੇ ਤੁਸੀਂ ਹੋਰ ਵੀ ਇਹਨੂੰ ਡਿਸਕ੍ਰਿਪਸ਼ਨ ਵਿੱਚ ਪੜ੍ਹੋਗੇ ਤਾਂ ਹੋਰ ਸਮਝ ਆ ਜਾਏਗਾ। ਤਾਂ ਇੱਕ ਮੈਂ ਸਿੰਪਲ ਆਈਡੀਆ ਦੱਸਦਾ ਯਾਦ ਰੱਖਣ ਲਈ। ਹਾਂਜੀ, ਦੇਖੋ ਮੰਨ ਕੇ ਚਲੋ ਮੈਂ K ਸ਼ੈੱਲ ਨੂੰ ਕੰਸੀਡਰ ਕਰ ਰਿਹਾ। K ਸ਼ੈੱਲ ਨਿਊਕਲੀਅਸ ਦੇ ਬਹੁਤ ਜ਼ਿਆਦਾ ਨਜ਼ਦੀਕ ਹੈ। ਤਾਂ ਮੈਂ ਇੱਥੇ ਗੱਲ ਕਹਿਣਾ ਵੀ ਜਿਹੜਾ ਪਹਿਲਾਂ ਗੱਲ ਕਹੀ ਹੈ ਮੈਂ ਵੀ ਜਿਹੜਾ ਸ਼ੈੱਲ ਨਿਊਕਲੀਅਸ ਦੇ ਜਿੰਨਾ ਨਜ਼ਦੀਕ ਹੋਏਗਾ ਉਹਦੀ ਐਨਰਜੀ ਉਨੀ ਘੱਟ ਹੋਏਗੀ। ਤਾਂ ਦੇਖੋ ਇਹ ਗੱਲ ਸਮਝੋ ਵੀ ਨਿਊਕਲੀਅਸ ਦੇ K ਸ਼ੈੱਲ ਸਭ ਤੋਂ ਨਜ਼ਦੀਕ ਹੈ। ਤਾਂ ਸਾਨੂੰ ਪਤਾ ਵੀ ਜਿਹੜਾ ਸ਼ੈੱਲ ਨਿਊਕਲੀਅਸ ਦੇ ਨੇੜੇ ਆ ਤਾਂ ਨਿਊਕਲੀਅਸ ਆਪਦੇ ਵੱਲ ਉਹਨੂੰ ਅਟਰੈਕਟ ਕਰੂਗਾ। ਇਹਦਾ ਮਤਲਬ ਇਹ ਹੈ ਵੀ ਇੱਥੇ ਜਿਹੜਾ K ਸ਼ੈੱਲ ਆ ਉਹ ਨਿਊਕਲੀਅਸ ਦੇ ਨਾਲ ਬੰਨਿਆ ਹੋਇਆ ਜਾਂ ਬਾਊਂਡ ਆ।
ਹੁਣ ਇਹਦਾ ਮਤਲਬ ਇਹ ਸਮਝ ਸਕਦੇ ਹਾਂ ਵੀ ਇੱਥੇ ਕੇ ਸ਼ੈਲ ਦੀ ਮਨਮਾਨੀ ਨਹੀਂ ਚੱਲਦੀ ਹੈਗੀ, ਇੱਥੇ ਜੋ ਨਿਊਕਲੀਅਸ ਆਪਦਾ ਇਫੈਕਟ ਕੇ ਸ਼ੈਲ 'ਤੇ ਦਿਖਾ ਰਿਹਾ ਉਹੀ ਚੱਲਣਾ। ਇਹਦੇ ਉਲਟ ਜੇ ਮੈਂ ਇਹਨੂੰ ਐਮ ਨਾਲ ਕੰਪੇਅਰ ਕਰਾਂ, ਐਮ ਸ਼ੈਲ ਤਾਂ ਨਿਊਕਲੀਅਸ ਤੋਂ ਬਹੁਤ ਜ਼ਿਆਦਾ ਦੂਰ ਪਿਆ, ਤਾਂ ਉੱਥੇ ਉਹ ਆਪਣੀ ਮਨਮਾਨੀ ਚਲਾ ਸਕਦਾ, ਭਾਵ ਉਹਦਾ ਜਿੰਨਾ ਮੈਂ ਕਹਿ ਸਕਦਾ ਵੀ ਕੇ ਸ਼ੈਲ 'ਤੇ ਇਫੈਕਟ ਹੈ ਨਿਊਕਲੀਅਸ ਦਾ, ਉਨਾ ਉਹਦਾ ਐਮ ਸ਼ੈਲ 'ਤੇ ਇਫੈਕਟ ਨਹੀਂ ਹੈਗਾ। ਤਾਂ ਇਹ ਕਹਿਣ ਦਾ ਭਾਵ ਇਹਦੀ ਮਤਲਬ ਇਸ ਬਿਹੇਵੀਅਰ ਤੋਂ ਉਹਦਾ ਬਿਹੇਵ ਥੋੜ੍ਹਾ ਜਿਹਾ ਘੱਟ ਹੈ ਮਤਲਬ ਇੱਥੇ। ਇਸ ਕਰਕੇ ਮੈਂ ਕਹਿ ਸਕਦਾ ਵੀ ਜਿਹੜਾ ਆਜ਼ਾਦ ਚੀਜ਼ ਹੁੰਦੀ ਹੈ ਉਹਦੀ એનર્ਜੀ ਹਮੇਸ਼ਾ ਜ਼ਿਆਦਾ ਹੀ ਹੁੰਦੀ ਹੈ, ਕਿਉਂਕਿ ਜਿਹੜੀ ਦੂਰ ਚੀਜ਼ ਹੈ ਉਹਦੀ એનર્ਜੀ ਜ਼ਿਆਦਾ ਹੈ, ਜਿਹੜੀ ਨੇੜੇ ਚੀਜ਼ ਹੈ ਉਹਦੀ એનર્ਜੀ ਘੱਟ ਹੈ। ਬੱਚੇ ਕਲੀਅਰ ਹੋਇਆ? ਉਸ ਤੋਂ ਬਾਅਦ ਆਪਾਂ ਪੜ੍ਹ ਚੁੱਕੇ ਹਾਂ ਸੇਮ ਐਨ ਸੇਮ ਸ਼ੈਲ, ਉਹਦਾ ਵਿੱਚ ਦੇਖ ਹੀ ਚੁੱਕੇ ਹਾਂ ਵੀ ਜੋ ਐਨ ਦੀ ਵੈਲਿਊ ਸੇਮ ਤੇਰੀ ਦਾ ਸੈੱਲ ਸੇਮ ਹੀ ਹੋਣਾ, ਐਨ ਦੀ ਵੈਲਿਊ 1 ਦੇ ਲਈ ਕੇ ਹੋਣਾ, ਫਿਰ ਐਲ ਹੋਣਾ, ਫਿਰ ਐਮ ਹੋਣਾ, ਫਿਰ ਐਨ ਹੋਣਾ। ਫਿਰ ਉਸ ਤੋਂ ਬਾਅਦ ਅਸੀਂ ਇਹ ਵੀ ਪੜ੍ਹ ਲਿਆ ਵੀ ਕਿੰਨੇ ਇਲੈਕਟ੍ਰੋਨ ਮੈਕਸਿਮਮ ਅਕੋਮੋਡੇਟ ਕਰ ਸਕਦਾ। ਅੱਗੇ ਚੱਲਦੇ ਹਾਂ ਬੱਚੇ। ਉਸ ਤੋਂ ਬਾਅਦ ਆਉਂਦਾ ਵੈਸੇ ਇਸ ਤੋਂ ਬਾਅਦ ਜਿਹੜਾ ਕੁਆਂਟਮ ਨੰਬਰ ਆਉਂਦਾ ਉਹ ਹੈ ਵੈਸੇ ਐਜ਼ੀਮਿਊਥਲ ਕੁਆਂਟਮ ਨੰਬਰ। ਵੈਸੇ ਦੇਖੋ ਜਿਹੜੇ 4 ਕੁਆਂਟਮ ਨੰਬਰ ਨੇ ਇਹ ਬੱਚੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਜੇ ਤੁਹਾਡੇ ਪਹਿਲਾ ਲਰਨ ਹੋ ਗਿਆ ਜਾਂ ਤੁਹਾਡੇ ਪਹਿਲਾ ਅੰਡਰਸਟੈਂਡ ਹੋ ਗਿਆ ਤਾਂ ਤੁਹਾਡੇ ਦੂਸਰਾ ਤਾਂ ਹੀ ਅੰਡਰਸਟੈਂਡ ਹੋਏਗਾ, ਅਦਰਵਾਈਜ਼ ਤੁਹਾਡੇ ਅੰਡਰਸਟੈਂਡ ਨਹੀਂ ਹੋਣਾ। ਦੇਖੋ ਆਪਾਂ ਹੁਣ ਪਹਿਲਾਂ ਪੜ੍ਹ ਚੁੱਕੇ ਹਾਂ, ਅਸੀਂ ਪ੍ਰਿੰਸੀਪਲ ਕੁਆਂਟਮ ਨੰਬਰ ਪੜ੍ਹ ਚੁੱਕੇ ਹਾਂ। ਹੁਣ ਸਾਨੂੰ ਸ਼ੈੱਲ ਪਤਾ ਲੱਗ ਚੁੱਕਿਆ ਵੀ ਅਸੀਂ ਕਿਹੜੇ ਸ਼ੈੱਲ ਦੇ ਵਿੱਚ ਇਲੈਕਟ੍ਰੋਨ ਪਿਆ, ਭਾਵ ਸਾਨੂੰ ਪਤਾ ਲੱਗ ਗਿਆ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਇਲੈਕਟ੍ਰੋਨ ਪਿਆ। ਹੁਣ ਅਸੀਂ ਉਹਦੇ ਘਰ ਦੇ ਵਿੱਚ ਜਾਣਾ, ਮਤਲਬ ਉਹਦੇ ਹੋਰ ਨਜ਼ਦੀਕ ਜਾਣਾ। ਤਾਂ ਦੇਖੋ ਕਿਵੇਂ ਜਾਵਾਂਗੇ, ਤਾਂ ਐਜ਼ੀਮਿਊਥਲ ਕੁਆਂਟਮ ਨੰਬਰ ਕੀ ਹੈ, ਸਾਡੀ ਕਿਵੇਂ ਹੈਲਪ ਕਰਦਾ ਬੱਚੇ, ਇਹਨੂੰ ਅਸੀਂ ਡੋਨੇਟ ਕਰਦੇ ਹਾਂ ਐਲ ਦੇ ਨਾਲ। ਜਿਹੜੀਆਂ ਐਲ ਦੀਆਂ ਵੈਲਿਊਜ਼ ਹੁੰਦੀਆਂ ਨੇ ਬੱਚੇ ਇਹ ਸਾਨੂੰ ਸਬ ਸ਼ੈੱਲ ਦੱਸਦੀਆਂ ਨੇ। ਦੇਖੋ ਸ਼ੈੱਲ ਪੜ੍ਹ ਚੁੱਕੇ ਸੀਗੇ, ਹੁਣ ਅਸੀਂ ਕਿੱਥੇ ਆ ਗਏ ਬੱਚੇ, ਸਬ ਸ਼ੈੱਲ 'ਤੇ ਕਿੱਥੇ ਆ ਗਏ, ਸ਼ੇਪ ਦੇ ਬਾਰੇ। ਸ਼ੇਪ ਦੇ ਬਾਰੇ ਮੈਂ ਤੁਹਾਨੂੰ ਇੱਕ ਡਿਫਰੈਂਟਲੀ ਰਿਕਾਰਡਡ ਸੈਸ਼ਨ ਦਊਂਗਾ, ਉਸ 'ਤੇ ਅਸੀਂ ਹਾਲੇ ਚਰਚਾ ਨਹੀਂ ਕਰਾਂਗੇ। ਹਾਂਜੀ, ਅਸੀਂ ਸ਼ੈੱਲ ਤੋਂ ਸਬ ਸ਼ੈੱਲ 'ਤੇ ਆ ਗਏ। ਤਾਂ ਜਿਹੜੀਆਂ ਬੱਚੇ ਵੈਲਿਊਜ਼ ਆਫ ਐਲ ਹੁੰਦੀਆਂ ਨੇ ਉਹ ਦੇਖੋ ਕਿਹੜੀਆਂ, ਉਹ ਕਿਵੇਂ ਹੁੰਦੀਆਂ ਨੇ, ਉਹ 'ਚ ਮਤਲਬ 0 ਤੋਂ ਲੈ ਕੇ n-1 ਤੱਕ ਹੁੰਦੀਆਂ ਨੇ। ਅਤੇ n ਕੀ ਹੈ ਇੱਥੇ, ਪ੍ਰਿੰਸੀਪਲ ਕੁਆਂਟਮ ਨੰਬਰ ਆ, ਠੀਕ ਆ। ਤਾਂ ਇੱਥੇ ਅਸੀਂ ਸ਼ੈੱਲ ਤੋਂ ਬੱਚੇ ਸਬ ਸ਼ੈੱਲ ਤੱਕ ਚੱਲ ਜਾਣਾ। ਤਾਂ ਜਿਹੜੀਆਂ ਐਲ ਦੀਆਂ ਪੋਸੀਬਲ ਵੈਲਿਊਜ਼ ਨੇ ਉਹ ਡਿਪੈਂਡ ਕਰਦੀਆਂ ਨੇ ਪ੍ਰਿੰਸੀਪਲ ਕੁਆਂਟਮ ਨੰਬਰ 'ਤੇ। ਤਾਂ ਜਿਹੜੀਆਂ ਬੱਚੇ ਐਲ ਦੀਆਂ ਵੈਲਿਊਜ਼ ਨੇ ਉਹ ਕਿਵੇਂ ਚੱਲਦੀਆਂ ਨੇ, 0 ਤੋਂ n-1। ਹੁਣ ਜੇ ਮੈਂ ਗੱਲ ਕਰਾਂ, ਮੈਂ n=1 ਦੀ ਵੈਲਿਊ, n=1 ਦੀ ਗੱਲ ਕਰ ਰਿਹਾ, ਤਾਂ ਦੇਖੋ ਕਿਹੜੀਆਂ ਵੈਲਿਊਜ਼ ਹੋਣਗੀਆਂ। ਜੇ ਮੈਂ ਇੱਥੇ 1 ਭਰਾਂ, 1 ਤਾਂ 0 ਬਣ ਗਿਆ, 0 ਦੇ ਨਾਲ ਮਤਲਬ 0 ਤੋਂ 0 ਵੀ ਅਤੇ ਹੋਰ ਵੀ n-1 ਤੇ 1 ਭਰਿਆ, 1-1 0 ਤਾਂ ਇਹਦੀ ਤਾਂ n=0 ਲਈ l ਦੀ ਕਿਹੜੀ ਵੈਲਿਊ ਹੈਗੀ, ਸਿਰਫ ਇੱਕ ਵੈਲਿਊ ਆਈ ਆ। ਦੇਖੋ ਆਪਾਂ ਇੱਥੇ ਥੋੜ੍ਹਾ ਸਾਫ ਲਿਖ ਰਹੇ ਨੇ, n=1 ਦੇ ਲਈ l ਦੀ ਸਿਰਫ ਇੱਕ ਵੈਲਿਊ ਆਈ ਹੈ। ਤਾਂ ਕਿਹੜੀ ਵੈਲਿਊ ਆਈ ਹੈ, 0 ਆਈ ਆ। ਜੇ ਮੈਂ ਗੱਲ ਕਰਾਂ n=2 ਲਈ, ਜੇ ਮੈਂ ਗੱਲ ਕਰਾਂ n=2 ਲਈ ਤਾਂ ਮੈਂ ਇਸ ਫਾਰਮੂਲੇ 'ਚ ਵੈਲਿਊ ਪਾਉਂਗੀ, ਇੱਕ ਤਾਂ ਬੱਚੇ 0 ਆ ਜੂਗੀ, ਹੋਰ 2-1 ਇੱਕ ਤਾਂ 1 ਆ ਜੂਗੀ, ਬਸ ਇਹੀ ਆਊਗੀ, ਹੋਰ ਤਾਂ ਹੁਣ 0 ਅਤੇ 1। ਤਾਂ n=2 ਲਈ l ਦੀਆਂ ਕਿੰਨੀਆਂ ਵੈਲਿਊਜ਼ ਆ ਗਈਆਂ, 2 ਵੈਲਿਊਜ਼ ਆ ਗਈਆਂ। ਹੁਣ ਮੈਂ ਜੇ n=3 ਕਰਾਂ, ਜੇ ਮੈਂ n=3 ਕਰਾਂ, ਉਸ ਤੋਂ ਬਾਅਦ ਦੇਖੋ ਕਿਹੜੀ ਵੈਲਿਊ ਆ ਜੂਗੀ, ਇੱਕ ਤਾਂ ਬੱਚੇ 0 ਹੀ ਆ ਜੂਗੀ, ਇੱਕ 3-1 2 ਆ ਜੂਗੀ, ਇੱਕ 3-1। ਹਾਂਜੀ, ਇੱਥੇ ਮਤਲਬ ਦੇਖੋ ਇਹ ਹੈ ਵੀ 0 ਤੋਂ n-1 ਵੀ ਜਿੰਨਾ ਸਾਡਾ n ਹੋਏਗਾ ਉਸ ਤੋਂ ਇੱਕ ਵੈਲਿਊ ਘੱਟ ਹੋਏਗੀ। ਦੇਖੋ ਸਾਡਾ ਇੱਥੇ n 3 ਸੀਗਾ, ਤਾਂ ਇੱਥੇ 0, ਇੱਥੇ ਮੈਂ ਲਿਖ ਦੂੰਗਾ 1 ਔਰ ਇਹ 2 ਹੀ ਲਿਖੂੰਗਾ, ਕਿਉਂਕਿ ਉੱਥੇ ਇਹਨਾਂ ਨੇ n-1 ਕਿਹਾ ਤਾਂ 3-1 2 ਹੁੰਦਾ, ਤਾਂ ਇਹ 2 'ਤੇ ਆ ਕੇ ਉਹ ਚੀਜ਼ ਖਤਮ ਹੋ ਜਾਏਗੀ। ਜੇ ਮੈਂ ਕਹਾਂ ਵੀ n=4 ਤਾਂ n-1 ਦਾ ਮਤਲਬ ਇਹ ਹੈ ਵੀ 3 ਹੀ ਆਊਗੀ। ਤਾਂ ਕਿਹੜੀ ਪੋਸੀਬਲ ਵੈਲਿਊ ਹੋਣਗੀ, 0 ਆਊਗੀ, 1 ਆਊਗੀ, 2 ਆਊਗੀ ਅਤੇ 3 ਆਊਗੀ, ਠੀਕ ਹੈ। ਤਾਂ ਹੁਣ ਅਸੀਂ ਇਹ ਵੈਲਿਊਜ਼ ਕੱਢ ਲਈਆਂ। ਹੁਣ ਇਹਨਾਂ ਵੈਲਿਊ ਸਾਨੂੰ ਪਤਾ ਕੀ ਲੱਗਿਆ, ਤਾਂ ਦੇਖੋ ਇਸ ਦੇ ਬਾਰੇ ਪੜ੍ਹਦੇ ਹਾਂ। ਦੇਖੋ ਹਾਂਜੀ, ਅਸੀਂ n ਦੀਆਂ ਵੈਲਿਊਜ਼ ਪੜ੍ਹ ਚੁੱਕੇ ਹਾਂ, ਅਸੀਂ n ਤੋਂ l ਦੀ ਵੈਲਿਊਜ਼ ਕੱਢ ਚੁੱਕੇ ਹਾਂ। ਹਾਂਜੀ, ਇਹ ਚੀਜ਼ ਤੁਹਾਨੂੰ ਯਾਦ ਹੀ ਰੱਖਣੀ ਪਏਗੀ ਵੀ n ਦੀ ਤੁਹਾਡੇ ਲਈ ਜੋ l ਦੀਆਂ ਵੈਲਿਊਜ਼ ਹੁੰਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਇਹ ਸਿੱਖਾਂਗੇ l ਦੇ ਕੋਰਸਪੋਂਡਿੰਗ ਕਿਹੜੀ ਵੈਲਿਊਜ਼ ਹੁੰਦੀਆਂ ਨੇ। ਦੇਖੋ l ਦੇ ਕੋਰਸਪੋਂਡਿੰਗ ਜਿਵੇਂ ਕਹਾਂ, ਜੇ l 0 ਆਉਂਦਾ ਤਾਂ ਪੱਕੀ ਗੱਲ ਆ ਵੀ s ਸਬ ਸ਼ੈੱਲ ਹੋਣਾ, ਜੇ n-1 ਆਉਣਾ ਤਾਂ p ਪੱਕੀ ਗੱਲ ਆ ਵੀ p ਆਉਣਾ, ਜੇ 2 ਆ ਤਾਂ n-d ਆਉਣਾ, d ਸਬ ਸ਼ੈੱਲ ਹੋਣਾ, ਜੇ l 3 ਆ ਤੇ f ਆਉਣਾ। ਹੁਣ ਇੱਕ ਗੱਲ ਹੋਰ ਤੁਸੀਂ ਕਨਫਿਊਜ਼ ਹੋਵੋਗੇ, ਹਾਂਜੀ ਜੇ ਮੈਂ n ਦੀ ਵੈਲਿਊ 1 ਕਹਾਂ ਤਾਂ ਮੈਂ ਕਹਿਣਾ ਵੀ ਮੇਰੀ l ਦੀ ਵੈਲਿਊ 0 ਆਉਂਦੀ ਆ। ਇਹਦਾ ਮਤਲਬ ਬੱਚੇ ਇਹ ਹੈ ਵੀ ਜੇ ਮੈਂ n ਦੀ ਵੈਲਿਊ 1 ਭਰਦਾ ਤਾਂ l 0 ਆਉਂਦਾ। ਹੁਣ 0 ਹੀ ਕਿਉਂ ਆਉਂਦਾ, ਮਤਲਬ 0 ਤੋਂ ਸਾਨੂੰ ਪਤਾ ਕੀ ਲੱਗਦਾ ਅਸਲ ਦੇ ਵਿੱਚ, ਤਾਂ 0 ਤੋਂ ਇਹ ਪਤਾ ਲੱਗਦਾ n=0 ਲਈ ਅਸੀਂ ਐਸ ਸ਼ੈੱਲ ਭਰਿਆ ਸੀ ਨਾ, ਠੀਕ ਹੈ ਨਾ, ਐਸ ਸ਼ੈੱਲ ਭਰਿਆ ਸੀ। ਤਾਂ ਇਹਦੇ ਲਈ ਸਿਰਫ ਕਹਿਣ ਦਾ ਭਾਵ ਇਹ ਹੈ ਵੀ n=1 ਦੇ ਲਈ ਸਿਰਫ ਇੱਕ ਐਸ ਸਬ ਸ਼ੈੱਲ ਹੀ ਆਉਂਦਾ, ਹੋਰ ਸਬ ਸ਼ੈੱਲ ਨਹੀਂ ਆਉਣਾ। ਕਲੀਅਰ। ਉਸ ਤੋਂ ਬਾਅਦ ਜੇ ਮੈਂ n2 ਕਹਿਣਾ
ਜੇ मैंने 2 कहना तो मेरिया एल ਦੀਆਂ ਕਿਹੜੀ ਵੈਲਿਊ ਆਈ ਸੀ ਕਿ 0 ਆਈ ਸੀ 1 ਆਈ ਸੀ ਤਾਂ ਇੱਥੋਂ ਮੈਂ ਇਹ ਗੱਲ ਕਹਿ ਸਕਦਾ 0 ਦੇ ਕੋਰਸਪੋਂਡਿੰਗ ਤਾਂ ਦੇਖੋ ਇੱਥੋਂ 0 ਦੇ ਕੋਰਸਪੋਂਡਿੰਗ ਤਾਂ ਐਸ ਅਤੇ 1 ਦੇ ਕੋਰਸਪੋਂਡਿੰਗ ਪੀ ਹੈ ਦੇਖੋ 0 ਦੇ ਕੋਰਸਪੋਂਡਿੰਗ ਐਸ ਅਤੇ 1 ਦੇ ਕੋਰਸਪੋਂਡਿੰਗ ਕੀ ਆ ਪੀ ਤਾਂ ਇਹਦੇ ਵਿੱਚ ਬੱਚੇ n = 2 ਦੇ ਲਈ ਐਸ ਅਤੇ ਪੀ ਸ਼ਬ ਸ਼ੈਲ ਆਉਣਾ ਕਲੀਅਰ ਉਸ ਤੋਂ ਬਾਅਦ ਮੈਂ ਗੱਲ ਕਰਦਾ n = 3 ਦੇ ਲਈ ਤਾਂ n = 3 ਦੇ ਲਈ ਜੋ ਐਲ ਦੀਆਂ ਵੈਲਿਊ ਸੀ ਉਹ ਕੀ ਸੀ 0 1 2 ਸਾਨੂੰ ਇਹਨਾਂ ਬਾਰੇ ਤਾਂ ਪਤਾ ਹੀ ਐਸ ਪੀ ਹੁਣ ਦੇਖੋ 2 ਐਲ ਦੇ ਕੋਰਸਪੋਂਡਿੰਗ ਕਿਹੜੀ ਵੈਲਿਊ ਸਬ ਸ਼ੈਲ ਦੀ ਡੀ ਤਾਂ ਇੱਥੇ ਬੱਚੇ ਕੀ ਆ ਜਾਊਗਾ ਡੀ ਸਬ ਸ਼ੈਲ ਆ ਜਾਊਗਾ ਉਸ ਤੋਂ ਬਾਅਦ ਜੇ ਮੈਂ ਕਹਾਂ n = 4 ਤਾਂ ਇਹਦੇ ਲਈ ਐਲ ਦੀ ਕਿਹੜੀ ਵੈਲਿਊ 0 1 2 3 ਉਹ ਕਿਹੜੀ ਮਤਲਬ ਹੁਣ ਸਬ ਸ਼ੈਲ ਦੀ ਕਿਹੜੀ ਵੈਲਿਊਜ਼ ਆ ਗਈਆਂ ਐਸ ਪੀ ਡੀ ਤੇ ਐਫ ਤਾਂ ਇੱਥੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਜੇ ਸਾਡੇ ਕੋਲੇ ਸਭ ਤੋਂ ਪਹਿਲੀ ਗੱਲ ਸਾਨੂੰ ਬੱਚੇ ਪ੍ਰਿੰਸੀਪਲ ਕੁਆਂਟਮ ਨੰਬਰ ਪਤਾ ਹੋਊਗਾ ਪ੍ਰਿੰਸੀਪਲ ਕੁਆਂਟਮ ਨੰਬਰ ਤੋਂ ਮੈਂ ਸ਼ੈਲ 'ਤੇ ਪਹੁੰਚ ਗਿਆ ਸ਼ੈਲ ਤੋਂ ਬਾਅਦ ਮੈਂ ਸ਼ਬ ਸ਼ੈਲ 'ਤੇ ਪਹੁੰਚ ਗਿਆ ਦੇਖੋ ਮੈਂ ਹੁਣ ਅੱਗੇ ਵੱਧਦਾ ਜਾਂਦਾ ਮੈਂ ਜ਼ਿਲ੍ਹੇ ਤੋਂ ਹੁਣ ਘਰ 'ਤੇ ਪਿੰਡ 'ਤੇ ਆ ਗਿਆ ਹੁਣ ਮੈਂ ਘਰ ਤੱਕ ਜਾਣਾ ਠੀਕ ਹੈ ਤਾਂ ਕੁਆਂਟਮ ਨੰਬਰ ਕਿਸੇ ਵੀ ਬੱਚੇ ਇਲੈਕਟ੍ਰੋਨ ਦਾ ਐਡਰੈਸ ਹੀ ਹੁੰਦੇ ਨੇ ਤਾਂ ਇੱਥੇ ਤੱਕ ਕਲੀਅਰ ਹੋਇਆ ਉਸ ਤੋਂ ਬਾਅਦ ਨੈਕਸਟ ਕੁਆਂਟਮ ਨੰਬਰ ਪੜ੍ਹਦੇ ਹਾਂ ਹਾਂਜੀ ਮੈਗਨੈਟਿਕ ਕੁਆਂਟਮ ਨੰਬਰ ਕਲੀਅਰ ਆ ਹਾਂਜੀ ਦੇਖੋ ਬੱਚੇ ਇਹ ਵੀ ਮਤਲਬ ਇੰਪੋਰਟੈਂਟ ਕੁਆਂਟਮ ਨੰਬਰ ਕਹਿ ਸਕਦੇ ਹਾਂ ਅਤੇ ਇਸ ਤੋਂ ਵੀ ਸਾਨੂੰ ਮਤਲਬ ਇਲੈਕਟ੍ਰੋਨ ਦੇ ਐਡਰੈਸ ਬਾਰੇ ਪਤਾ ਲੱਗਦਾ ਹਾਂਜੀ ਜੋ ਇਹਦੀਆਂ ਵੈਲਿਊਜ਼ ਹੁੰਦੀਆਂ ਨੇ ML ਦੀਆਂ ਇਹ ਬੱਚੇ -L ਤੋਂ +L ਵੱਲ ਹੁੰਦੀਆਂ ਨੇ ਤਾਂ ਇਹ ਅਸੀਂ ਅੱਗੇ ਡਿਸਕ੍ਰਿਪਸ਼ਨ ਦੇ ਵਿੱਚ ਮਤਲਬ ਸਾਰਾ ਕੁਝ ਸਮਝਾਵਾਂਗੇ ਹਾਂਜੀ ਇਟ ਡਿਟਰਮਿਨ ਦੀ ਨੰਬਰ ਆਫ ਔਰਬਿਟਲ ਇਨ ਸ਼ਬ ਸ਼ੈਲ ਹਾਂਜੀ ਇਹ ਡਿਟਰਮਿਨ ਕਰਦਾ ਨੰਬਰ ਆਫ ਔਰਬਿਟਲ ਵੀ ਕਿੰਨੇ ਔਰਬਿਟਲ ਨੇ ਸ਼ਬ ਸ਼ੈਲ ਦੇ ਵਿੱਚ ਹੁਣ ਦੇਖੋ ਸ਼ੈਲ ਤੋਂ ਸ਼ਬ ਸ਼ੈਲ 'ਤੇ ਪਹੁੰਚੇ ਸ਼ਬ ਸ਼ੈਲ ਤੋਂ ਅਸੀਂ ਨੰਬਰ ਆਫ ਔਰਬਿਟਲ 'ਤੇ ਪਹੁੰਚੇ ਅਤੇ ਸਾਨੂੰ ਉਹਦੀਆਂ ਓਰੀਐਂਟੇਸ਼ਨ ਵੀ ਪਤਾ ਲੱਗਦੀਆਂ ਨੇ ਹਾਂਜੀ ਦੇਖੋ ਜੇ ਮੈਂ ਬੇਸਿਕਲੀ ਇੱਕ ਗੱਲ ਕਰਾਂ ਇਲੈਕਟ੍ਰੋਨ ਸਾਡਾ ਬੱਚੇ ਚਾਰਜਡ ਪਾਰਟੀਕਲ ਆ ਤਾਂ ਜਦੋਂ ਚਾਰਜਡ ਪਾਰਟੀਕਲ ਬੱਚੇ ਮੂਵ ਕਰਦਾ ਭਾਵ ਐਕਲੇਰੇਟ ਕਰਦਾ ਤਾਂ ਉਹ ਇੱਕ ਤਰ੍ਹਾਂ ਨਾਲ ਮੈਗਨੈਟਿਕ ਫੀਲਡ ਦੇ ਨਾਲ ਮਤਲਬ ਓਰੀਐਂਟ ਕਰਦਾ ਜਾਂ ਮੈਗਨੈਟਿਕ ਫੀਲਡ ਐਸੋਸੀਏਟ ਕਰਦਾ ਅਤੇ ਮੈਗਨੈਟਿਕ ਫੀਲਡ ਕਿਹੜਾ ਹੈ ਮੈਗਨੈਟਿਕ ਫੀਲਡ ਉਹ ਸਾਡਾ ਬੱਚੇ ਅਰਥ ਦਾ ਕਿਉਂਕਿ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜਾ ਇਲੈਕਟ੍ਰੋਨ ਆ ਉਹ ਰਿਵੋਲਵ ਕਿਵੇਂ ਕਰਦਾ ਜਾਂ ਕਹਿ ਲਓ ਵੀ ਰਿਵੋਲਵ ਵੀ ਕਹਿ ਲਓ ਮੂਵਮੈਂਟ ਕਹਿ ਲਓ ਜਾਂ ਰਿਵੋਲਵ ਕਰੇ ਅਸੀਂ ਕਹਿੰਦੇ ਇਲੈਕਟ੍ਰੋਨ ਦੇ ਦੁਆਲੇ ਰਿਵੋਲਵ ਕਰਦਾ ਮੂਵਮੈਂਟ ਆਫ ਇਲੈਕਟ੍ਰੋਨ ਇਜ਼ ਆਲਵੇਜ਼ ਐਸੋਸੀਏਟਡ ਵਿਦ ਮੈਗਨੈਟਿਕ ਫੀਲਡ ਠੀਕ ਹੈ ਅਤੇ ਜਿਹੜਾ ਮੈਗਨੈਟਿਕ ਫੀਲਡ ਉਹਦੇ ਨਾਲ ਐਸੋਸੀਏਟ ਹੋਊਗਾ ਮਤਲਬ ਐਸੋਸੀਏਟ ਤਾਂ ਇਲੈਕਟ੍ਰੋਨ ਦਾ ਜੋ ਮੈਗਨੈਟਿਕ ਫੀਲਡ ਆ ਉਹ ਅਰਥ ਦੇ ਨਾਲ ਐਸੋਸੀਏਟ ਹੋਊਗਾ ਨਾ ਹਾਂਜੀ ਜਿਵੇਂ ਦੇਖੋ ਇਲੈਕਟ੍ਰੋਨ ਇੱਕ ਬੱਚੇ ਚਾਰਜਡ ਪਾਰਟੀਕਲ ਆ ਜਦੋਂ ਚਾਰਜਡ ਪਾਰਟੀਕਲ ਇੱਕ ਸਪੇਸ ਦੇ ਵਿੱਚ ਮੂਵ ਕਰਦਾ ਤਾਂ ਉਹ ਇੱਕ ਮੈਗਨੈਟਿਕ ਫੀਲਡ ਦੇ ਨਾਲ ਓਰੀਐਂਟ ਹੁੰਦਾ ਜਾਂ ਇੰਟਰੈਕਟ ਹੁੰਦਾ ਅਤੇ ਉਹ ਮੈਗਨੈਟਿਕ ਫੀਲਡ ਵਿੱਚ ਅਰਥ ਦਾ ਮੈਗਨੈਟਿਕ ਫੀਲਡ ਹੈ ਅਤੇ ਇਹਦੇ ਨਾਲ ਉਹਦੇ ਵਿੱਚ ਇੱਕ ਇੰਟਰੈਂਸਿਕ ਐਂਗੂਲਰ ਮੋਮੈਂਟਮ ਵੀ ਐਸੋਸੀਏਟ ਹੁੰਦਾ ਠੀਕ ਹੈ ਜਦੋਂ ਇਲੈਕਟ੍ਰੋਨ ਬੱਚੇ ਇੱਕ ਐਕਸਟਰਨਲ ਮੈਗਨੈਟਿਕ ਫੀਲਡ ਦੇ ਨਾਲ ਇੰਟਰੈਕਟ ਹੁੰਦਾ ਤਾਂ ਜਿਹੜੇ ਇਲੈਕਟ੍ਰੋਨਸ ਹੁੰਦੇ ਨੇ ਬੱਚੇ ਉਹ ਸ਼ਬ ਸ਼ੈਲ ਦੇ ਵਿੱਚ ਉਹ ਓਰੀਐਂਟ ਹੋ ਜਾਂਦੇ ਨੇ ਕਿਸੇ ਵੀ ਇੱਕ ਖਾਸ ਰੀਜਨ ਦੇ ਵਿੱਚ ਸਪੇਸ ਦੇ ਮਤਲਬ ਜਿਹਦੇ ਦੁਆਲੇ ਉਹ ਘੁੰਮ ਰਹੇ ਨੇ ਉਹ ਤਾਂ ਦੇਖੋ ਨਿਊਕਲੀਅਸ ਦੇ ਦੁਆਲੇ ਹੀ ਘੁੰਮ ਰਹੇ ਨੇ ਅਤੇ ਉਹਨਾਂ ਨੂੰ ਬੱਚੇ ਅਸੀਂ ਔਰਬਿਟਲ ਕਹਿ ਦਿੰਦੇ ਹਾਂ ਅਸੀਂ ਪਹਿਲਾਂ ਵੀ ਔਰਬਿਟਲ ਪੜ੍ਹਿਆ ਸੀ ਬੱਚੇ ਉਹ ਸਪੇਸ ਸੀ ਰੀਜਨ ਸੀਗਾ ਸਪੇਸ ਦੇ ਵਿੱਚ ਜਿੱਥੇ ਇਲੈਕਟ੍ਰੋਨ ਮਿਲਣ ਦੀ ਜੋ ਪ੍ਰੋਬੇਬਿਲਿਟੀ ਸੀ ਬੱਚੇ ਉਹ ਨੋਨ ਜ਼ੀਰੋ ਸੀ ਠੀਕ ਆ ਤੁਸੀਂ ਮੈਗਨੈਟਿਕ ਕੁਆਂਟਮ ਨੰਬਰ ਨੂੰ ਬੱਚੇ ML ਦੇ ਨਾਲ ਡੋਨੇਟ ਕਰਦੇ ਹਾਂ ਠੀਕ ਆ ਅਤੇ ਇੱਥੇ ਅਸੀਂ ਸਬ ਸ਼ੈਲ ਲੈ ਲਿਆ ਮੰਨ ਕੇ ਚੱਲੋ ਹਾਂਜੀ ਜਿਹੜੀਆਂ ਅਸੀਂ ਵੈਲਿਊਜ਼ ਬਾਰੇ ਪੜ੍ਹਾਂਗੇ ML ਦੀ ਵੈਲਿਊਜ਼ ਬੱਚੇ ਵੇਰੀ ਕਰਦੀਆਂ ਨੇ -L to +L ਤਾਂ ਦੇਖੋ ਇੱਥੇ ਮੈਂ L = 0 ਲੱਗਦਾ L = 0 ਦਾ ਮਤਲਬ ਵੀ ਕਿਹੜਾ ਸ਼ਬ ਸ਼ੈਲ ਹੋਊਗਾ S ਹੋਊਗਾ ਤਾਂ ਇੱਥੇ ਤਾਂ ਦੇਖੋ L ਦੇ 0 ਆ ਤਾਂ 0 ਤੋਂ 0 ਦਾ ਮਤਲਬ 0 ਹੀ ਆ ਉਹ ਤੋਂ ਬਾਅਦ ਮੈਂ ਕਹਤਾ L1 ਆ ਤਾਂ L1 ਦੇ ਲਈ ਬੱਚੇ ਕਿਹੜਾ ਸ਼ਬ ਸ਼ੈਲ ਹੋ ਗਿਆ P ਤਾਂ ਮੈਂ ਇੱਥੇ P ਦੇ ਲਈ 1 ਤਾਂ ਮੈਂ -L2 +L ਧਿਆਨ ਰੱਖਣਾ ਇਹ ਸਾਰੀਆਂ ਅਸੀਂ ਇੰਟੀਗਰਲ ਵੈਲਿਊ ਲੈਣੀਆਂ ਨੇ ਭਾਵ ਅਸੀਂ ਪੂਰੀਆਂ ਵੈਲਿਊਜ਼ ਲੈਣੀਆਂ ਨੇ ਮਤਲਬ ਅਸੀਂ ਇੰਟੀਗਰਲ ਨੰਬਰ ਲੈਣਾ ਅਸੀਂ ਇਹ ਨਹੀਂ ਲੈਣਾ ਹੈਗਾ ਵੀ 1.5 1.4 ਅਸੀਂ ਇੰਟੈਗਰਲ ਨੰਬਰ ਲੈਣਾ ਦੇਖੋ ਜਿਵੇਂ ਕਹਾਂ L = 1 ਦੇ ਕੋਰਸਪੋਂਡਿੰਗ ਗੱਲ ਕਰਾਂ ਤਾਂ P ਹੋ ਗਿਆ ਤਾਂ -L2 +L ਦਾ ਮਤਲਬ ਬੱਚੇ -1 0 +1 ਕਲੀਅਰ ਉਸ ਤੋਂ ਬਾਅਦ ਬੱਚੇ L = 2 ਦੇ ਲਈ ਮੈਂ ਕਹਿੰਦਾ SPD ਹੋ ਗਿਆ ਮੇਰਾ D ਸ਼ਬ ਸ਼ੈਲ ਤਾਂ ਦੇਖੋ 2 ਤੋਂ ਬਾਅਦ ਕੀ ਆਉਂਦਾ ਬੱਚੇ -1 -1 ਤੋਂ ਬਾਅਦ 0 ਆਉਂਦਾ 0 ਤੋਂ ਬਾਅਦ 1 ਤੋਂ ਬਾਅਦ 2 ਮਤਲਬ +1 ਅਤੇ +2 ਤਾਂ ਇੱਥੇ L ਦੀਆਂ ਕਿੰਨੀਆਂ ਵੈਲਿਊਜ਼ ਹੋ ਗਈਆਂ 5 ਵੈਲਿਊਜ਼ ਹੋ ਗਈਆਂ ਹਾਂਜੀ ਮੈਂ ਥੋੜ੍ਹਾ ਜਿਹਾ ਕਿ ਬੇਸਿਕ ਹੋਰ ਦੱਸ ਦੇਣਾ ਵੀ ਇਹਨਾਂ ਨੂੰ ਅਸੀਂ ਮਤਲਬ ਡਿਸਕ੍ਰਾਈਬ ਕਿਵੇਂ ਕਰਨਾ ਹਾਂਜੀ ਜਿਵੇਂ ਦੇਖੋ ਮਤਲਬ ਔਰਬਿਟਲ ਕਿਵੇਂ ਅਸੀਂ ਕਹਿ ਸਕਦੇ ਹਾਂ ਵੀ ਜੋ +1 ਆ ਜੋ -1 ਆ ਜੋ ਮਤਲਬ ਸਾਰੀਆਂ ਵੈਲਿਊਜ਼ ਨੇ ਕਿਵੇਂ ਮਤਲਬ ਇਹਨਾਂ ਨੂੰ
ਦਿਖਾਵਾਂਗੇ। ਹਾਂਜੀ ਜਿਵੇਂ ਗੱਲ ਕਰੋ ਪੀ ਹੈ ਵਿਜ਼ੀਬਲ, ਹਾਂਜੀ ਦੇਖੋ ਜਿਵੇਂ ਪੀ ਹੈ ਤਾਂ ਅਸੀਂ ਕਹਿੰਦੇ ਪੀ ਦੇ ਵਿੱਚ 3 ਹੁੰਦੇ ਨੇ ਔਰਬਿਟਲ, ਤਾਂ ਅਸੀਂ ਪੀ ਦੇ ਵਿੱਚ ਇਹਨੂੰ 1 ਕਹਿਣਾ, ਇਹਨੂੰ +1 ਕਹਿਣਾ, ਇਹਨੂੰ -1 ਕਹਿਣਾ। ਤਾਂ ਇਹ ਔਰਬਿਟਲ ਨੂੰ ਸਪੈਸੀਫਾਈ ਕਰਦਾ ਸੀ, ਜੋ ਮੈਗਨੈਟਿਕ ਕੁਆਂਟਮ ਨੰਬਰ ਆ ਸਾਡਾ ਇਹ ਔਰਬਿਟਲ ਨੂੰ ਸਪੈਸੀਫਾਈ ਕਰਦਾ। ਉਸ ਤੋਂ ਬਾਅਦ ਬੱਚੇ ਜੇ ਮੈਂ ਡੀ ਦੀ ਗੱਲ ਕਰਾਂ, ਡੀ ਦੇ ਵਿੱਚ ਸਾਨੂੰ ਪਤਾ 5 ਔਰਬਿਟਲ ਹੁੰਦੇ ਨੇ, ਤਾਂ ਮੈਂ ਇਹਨੂੰ 1 ਕਹਿ ਦੂੰਗਾ, ਇਹਨੂੰ +1 ਕਹਿ ਦੂੰਗਾ, ਇਹਨੂੰ +2 ਕਹਿ ਦੂੰ, ਇਹਨੂੰ -1 ਕਹਿ ਦੂੰ, ਇਹਨੂੰ -2। ਤਾਂ ਇੱਥੋਂ ਬੱਚੇ ਸਾਨੂੰ ਅਸੀਂ ਸ਼ਬ ਸ਼ੈਲ ਤੋਂ ਔਰਬਿਟਲ 'ਤੇ ਪਹੁੰਚ ਗਏ ਅਤੇ ਸਾਨੂੰ ਔਰਬਿਟਲ ਦੀਆਂ ਵੈਲਿਊਜ਼ ਪਤਾ ਲੱਗ ਗਈਆਂ ਵੀ ਕਿਹੜੀਆਂ ਵੈਲਿਊਜ਼ ਹੁੰਦੀਆਂ ਨੇ। ਕਲੀਅਰ? ਤਾਂ ਅਸੀਂ ਇਲੈਕਟ੍ਰੋਨ ਦੇ ਹੋਰ ਨਜ਼ਦੀਕ ਚੱਲ ਗਏ। ਕਲੀਅਰ ਹੈ? ਉਮੀਦ ਹੈ ਮੈਗਨੈਟਿਕ ਕੁਆਂਟਮ ਨੰਬਰ ਕਲੀਅਰ ਹੋਇਆ ਹੋਏਗਾ। ਉਸ ਤੋਂ ਬਾਅਦ ਬੱਚੇ ਅਸੀਂ ਪੜ੍ਹਾਂਗੇ ਸਪਿਨ ਕੁਆਂਟਮ ਨੰਬਰ। ਹਾਂਜੀ ਸਪਿਨ ਕੁਆਂਟਮ ਨੰਬਰ ਦੇ ਵਿੱਚ ਦੇਖੋ ਇੱਥੇ ਇੱਕ ਥੋੜ੍ਹੀ ਜਿਹੀ ਸਮਝਣ ਵਾਲੀ ਗੱਲ ਆ। ਹਾਂਜੀ ਦੇਖੋ ਅਸੀਂ ਹੁਣ ਤੱਕ ਇਹ ਪੜ੍ਹਦੇ ਆ ਰਹੇ ਹਾਂ ਵੀ ਜਿਹੜਾ ਸਾਡਾ ਇਲੈਕਟ੍ਰੋਨ ਆ ਉਹ ਨਿਊਕਲੀਅਸ ਦੇ ਅਰਾਊਂਡ ਚੱਕਰ ਕੱਢਦਾ। ਅਸੀਂ ਇਹ ਵੀ ਪੜ੍ਹਿਆ ਵੀ ਇਲੈਕਟ੍ਰੋਨ ਇੱਕ ਚਾਰਜਡ ਪਾਰਟੀਕਲ ਆ, ਅਤੇ ਚਾਰਜਡ ਪਾਰਟੀਕਲ ਜਦੋਂ ਐਕਲਰੇਟ ਕਰਦਾ ਤਾਂ ਉਹ ਇੱਕ ਤਰ੍ਹਾਂ ਦਾ ਮਤਲਬ ਮੈਗਨੈਟਿਕ ਫੀਲਡ ਦੇ ਨਾਲ ਐਸੋਸੀਏਟ ਹੁੰਦਾ। ਅਤੇ ਉਹ ਮੈਗਨੈਟਿਕ ਫੀਲਡ ਕਾਹਦਾ ਮੈਗਨੈਟਿਕ ਫੀਲਡ ਆ? ਉਹ ਬੱਚੇ ਅਰਥ ਦਾ ਮੈਗਨੈਟਿਕ ਫੀਲਡ ਆ। ਠੀਕ ਹੈ? ਤਾਂ ਇੱਥੇ ਗੱਲ ਹੋਰ ਦੇਖਣ ਦੇ ਵਿੱਚ ਆਈ ਆ ਵੀ ਜੇ ਦੇਖ ਇਸ ਨੂੰ ਜਮਾਂ ਹੀ ਅਸੀਂ ਆਪਣੇ ਡੇਲੀ ਲਾਈਫ ਨਾਲ ਕੋਰਿਲੇਟ ਕਰ ਸਕਦੇ ਹਾਂ। ਜਿਵੇਂ ਮੰਨ ਕੇ ਚੱਲੋ ਅਰਥ ਹੈ, ਹੁਣ ਅਸੀਂ ਕਹਿੰਦੇ ਅਰਥ ਸੂਰਜ ਦੇ ਅਰਾਊਂਡ ਵੀ ਚੱਕਰ ਕੱਢ ਰਹੀ ਆ, ਅਤੇ ਅਸੀਂ ਕਹਿੰਦੇ ਵੀ ਅਰਥ ਆਪਣੀ ਐਕਸਿਸ ਦੇ ਅਰਾਊਂਡ ਵੀ ਘੁੰਮ ਰਹੀ ਆ। ਤਾਂ ਮਤਲਬ ਤੇ ਮਾਈਂਡ ਦੇ ਵਿੱਚ ਉਹ ਕਨਸੈਪਟ ਬਣਾਓ ਵੀ ਜਿਹੜਾ ਸਾਡਾ ਇਲੈਕਟ੍ਰੋਨ ਆ ਉਹ ਅਰਥ ਆ, ਉਹ ਨਿਊਕਲੀਅਸ ਦੇ ਅਰਾਊਂਡ ਚੱਕਰ ਕੱਢ ਰਿਹਾ, ਜਿਵੇਂ ਸਾਡੀ ਅਰਥ ਸੂਰਜ ਦੇ ਅਰਾਊਂਡ ਚੱਕਰ ਕੱਢ ਰਹੀ ਆ, ਪਰ ਉਹ ਆਪਦੀ ਐਕਸਿਸ ਦੇ ਵਾਲੇ ਵੀ ਘੁੰਮ ਰਿਹਾ। ਜਿਹੜੇ ਬੱਚੇ ਨਿਊਕਲੀਅਸ ਜਿਹੜਾ ਸਾਡੀ ਅਰਥ ਆ ਉਹ ਜੋ ਸੂਰਜ ਦੇ ਦੁਆਲੇ ਚੱਕਰ ਕੱਢਦੀ ਆ, ਤਾਂ ਸੂਰਜ ਦੇ ਦੁਆਲੇ ਚੱਕਰ ਕੱਢਣ ਦੇ ਨਾਲ ਤਾਂ ਬੱਚੇ ਸਾਡੇ ਜਿਹੜੇ ਸੀਜ਼ਨ ਚੇਂਜ ਹੁੰਦੇ ਨੇ। ਜਦੋਂ ਧਰਤੀ ਆਪਣੀ ਧੁਰੀ 'ਤੇ ਘੁੰਮਦੀ ਹੈ ਜਾਂ ਆਪਣੀ ਐਕਸਿਸ 'ਤੇ ਘੁੰਮਦੀ ਹੈ ਤਾਂ ਉਹਦੇ ਨਾਲ ਦਿਨ ਰਾਤ ਚੇਂਜ ਹੁੰਦੇ ਨੇ। ਕਲੀਅਰ ਆ? ਤਾਂ ਐਵੇਂ ਇਲੈਕਟ੍ਰੋਨ ਵਿੱਚ ਨਿਊਕਲੀਅਸ ਦੇ ਅਰਾਊਂਡ ਵੀ ਚੱਕਰ ਕੱਢ ਰਿਹਾ, ਅਤੇ ਇਲੈਕਟ੍ਰੋਨ ਉਹਦੇ ਦੁਆਲੇ ਚੱਕਰ ਕੱਢਣ ਦੇ ਨਾਲ ਆਪਣੀ ਐਕਸਿਸ ਦੇ ਅਰਾਊਂਡ ਵੀ ਘੁੰਮ ਰਿਹਾ। ਤਾਂ ਇੱਥੇ ਦੇਖੋ 2 ਤਰ੍ਹਾਂ ਦੇ ਮਤਲਬ ਐਂਗੂਲਰ ਮੋਮੈਂਟਮ ਕ੍ਰੀਏਟ ਹੋ ਰਹੇ ਨੇ। ਠੀਕ ਹੈ? ਤਾਂ ਮਤਲਬ ਕਹਿਣ ਦਾ ਭਾਵ ਜੋ ਇਲੈਕਟ੍ਰੋਨ ਆਪਣੀ ਐਕਸਿਸ ਦੇ ਅਰਾਊਂਡ ਘੁੰਮ ਰਿਹਾ, ਇੱਕ ਐਂਗੂਲਰ ਮੋਮੈਂਟਮ ਉਹਦਾ ਵੀ ਸਾਇੰਸ ਸਮਝ ਲਓ ਵੀ ਓਰੀਐਂਟ ਹੋ ਰਿਹਾ ਜਾਂ ਇੰਟਰੈਕਟ ਹੋ ਰਿਹਾ ਜਾਂ ਕਹਿ ਦਿਓ ਵੀ ਪੈਦਾ ਹੋ ਰਿਹਾ। ਠੀਕ ਹੈ? ਤਾਂ ਇੱਦਾਂ ਤੱਕ ਸਪਿਨ ਕੁਆਂਟਮ ਨੰਬਰ ਦਾ ਵਧੀਆ ਮਤਲਬ ਆ ਵੀ ਜਦੋਂ ਇਲੈਕਟ੍ਰੋਨ ਆਪਣੀ ਐਕਸਿਸ ਦੇ ਅਰਾਊਂਡ ਘੁੰਮ ਰਿਹਾ ਤਾਂ ਇੱਕ ਤਰ੍ਹਾਂ ਦਾ ਉਹ ਇੱਕ ਹੋਰ ਮੈਗਨੈਟਿਕ ਫੀਲਡ ਪੈਦਾ ਕਰ ਰਿਹਾ। ਠੀਕ ਹੈ? ਦੇਖੋ ਦੀ ਇਲੈਕਟ੍ਰੋਨ ਇਨ ਐਨ ਐਟਮ ਨਾਟ ਓਨਲੀ ਰਿਵੋਲਵਿੰਗ ਦੀ ਨਿਊਕਲੀਅਸ, ਉਹ ਇਕੱਲਾ ਨਿਊਕਲੀਅਸ ਦੇ ਅਰਾਊਂਡ ਨਹੀਂ ਘੁੰਮਦਾ, ਉਹ ਆਪਣੀ ਐਕਸਿਸ ਦੇ ਅਰਾਊਂਡ ਵੀ ਘੁੰਮਦਾ। ਦੀ ਕੁਆਂਟਮ ਨੰਬਰ ਡਿਸਕ੍ਰਾਈਬ ਦੀ ਸਪਿਨ ਓਰੀਐਂਟੇਸ਼ਨ ਆਫ ਇਲੈਕਟ੍ਰੋਨ, ਵੀ ਕਿਵੇਂ ਸਪਿਨ ਕਰਦਾ, ਜਿਵੇਂ ਮੈਗਨੈਟਿਕ ਫੀਲਡ ਉਹ ਇੰਟਰੈਕਟ ਜੋ ਮੈਗਨੈਟਿਕ ਫੀਲਡ ਉਹ ਪੈਦਾ ਕਰਦਾ ਬੱਚੇ, ਇਹ ਉਹਦੇ ਬਾਰੇ ਆ। ਸਿੰਸ ਦੀ ਇਲੈਕਟ੍ਰੋਨ, ਹੁਣ ਕਹਿੰਦੇ ਇਲੈਕਟ੍ਰੋਨ 2 ਵੇ ਦੇ ਨਾਲ ਘੁੰਮ ਸਕਦਾ। ਇਲੈਕਟ੍ਰੋਨ 2 ਵੇਜ਼ ਦੇ ਨਾਲ ਘੁੰਮ ਸਕਦਾ ਆਪਣੀ ਐਕਸਿਸ ਦੇ ਅਰਾਊਂਡ। ਦੇਖੋ ਇੱਕ ਤਾਂ ਬੱਚੇ ਉਹ ਐਂਟੀ ਕਲੌਕਵਾਈਜ਼ ਘੁੰਮ ਸਕਦਾ, ਇੱਕ ਉਹ ਕਲੌਕਵਾਈਜ਼ ਘੁੰਮ ਸਕਦਾ, ਕਿਉਂਕਿ 2 ਹੀ ਹੋ ਸਕਦੀਆਂ ਨੇ, ਜਾਂ ਸਿੱਧਾ ਘੁੰਮ ਲੂ ਜਾਂ ਪੁੱਠਾ ਘੁੰਮ ਲੂ, ਜਾਂ ਐਂਟੀ ਕਲੌਕਵਾਈਜ਼ ਘੁੰਮ ਜੂ ਜਾਂ ਕਲੌਕਵਾਈਜ਼ ਘੁੰਮ ਜੂ। ਹਾਂਜੀ ਤਾਂ ਇਸ ਕਰਕੇ ਜੋ ਸਪਿਨ ਕੁਆਂਟਮ ਨੰਬਰ ਦੀਆਂ ਸਿਰਫ ਬੱਚੇ 2 ਹੀ ਵੈਲਿਊਜ਼ ਹੁੰਦੀਆਂ ਨੇ, ਇੱਕ ਕਲੌਕਵਾਈਜ਼ ਅਤੇ ਇੱਕ ਐਂਟੀ ਕਲੌਕਵਾਈਜ਼। ਅਸੀਂ ਇੱਕ ਨੂੰ +½ ਕਹਿੰਦੇ, ਇੱਕ ਨੂੰ -½ ਕਹਿੰਦੇ ਹਾਂ। ਠੀਕ ਹੈ? ਤਾਂ ਇਹ ਸਿੰਪਲ ਹੀ ਆਜ਼ਾਦ ਇਹ ਹੈ ਨਹੀਂ, ਸਿਰਫ ਸਾਨੂੰ ਇੱਕ ਤਰ੍ਹਾਂ ਦੀ ਸਪਿਨ ਹੀ ਦੱਸਦਾ ਇਲੈਕਟ੍ਰੋਨ ਦੀ ਐਂ ਸਮਝ ਲਓ ਵੀ ਇੱਕ ਤਰ੍ਹਾਂ ਦੀ ਇਲੈਕਟ੍ਰੋਨ ਦੀ ਓਰੀਐਂਟੇਸ਼ਨ ਦੱਸਦਾ ਵਾ ਸਾਨੂੰ। ਬੱਚੇ ਕਲੀਅਰ ਹੋਇਆ? ਇਸ ਤੋਂ ਬਾਅਦ ਅਸੀਂ ਇਹ ਸਾਰੀ ਚੀਜ਼ ਨੂੰ ਅਸੀਂ ਸਮ ਅਪ ਕਰਾਂਗੇ ਇੱਕ ਟੇਬਲ ਦੇ ਦੁਆਰਾ। ਹਾਂਜੀ ਦੇਖੋ ਕਿਵੇਂ ਕਰਦੇ ਹਾਂ। ਜਿਵੇਂ ਦੇਖੋ ਹਾਂਜੀ ਵਿਜ਼ੀਬਲ, ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਪ੍ਰਿੰਸੀਪਲ ਕੁਆਂਟਮ ਨੰਬਰ ਸਾਨੂੰ ਮੇਨ ਦੱਸਦਾ ਸ਼ੈਲਬ ਜਿੱਥੇ ਸਾਡਾ ਇਲੈਕਟ੍ਰੋਨ ਹੈਗਾ। ਦੇਖੋ ਜੇ ਮੈਂ ਇੱਥੇ ਗੱਲ ਕਰਾਂ ਵੈਲਿਊ ਆਫ ਐਨ, ਮੈਂ ਗੱਲ ਕਰਾਂ ਇੱਥੇ ਵੈਲਿਊ ਆਫ ਐਨ, ਸਭ ਤੋਂ ਪਹਿਲਾਂ ਟੇਬਲ ਬਣਾ ਲੈਂਦੇ ਅਸੀਂ। ਵੈਲਿਊ ਆਫ ਐਨ ਜ਼ਿਆਦਾ ਵੱਡਾ ਹੋ ਗਿਆ, ਵੈਲਿਊ ਆਫ ਐਲ, ਠੀਕ ਹੈ? ਉਸ ਤੋਂ ਬਾਅਦ ਬੱਚੇ ਵੈਲਿਊ ਮੈਂ ਇਸ ਦੀ ਲਿਖ ਦੇਣਾ ML ਮੈਗਨੈਟਿਕ ਕੁਆਂਟਮ ਨੰਬਰ। ਉਸ ਤੋਂ ਬਾਅਦ ਜੀ ਸ਼ਬ ਸ਼ੈਲ, ਉਸ ਤੋਂ ਬਾਅਦ ਸ਼ਬ ਸ਼ੈਲ ਐਂਡ ਉਸ ਤੋਂ ਬਾਅਦ ਨੰਬਰ ਆਫ ਸ਼ਬ ਸ਼ੈਲ। ਨੰਬਰ ਆਫ ਸ਼ਬ ਸ਼ੈਲ ਐਂਡ ਉਸ ਤੋਂ ਬਾਅਦ ਨੰਬਰ ਆਫ ਔਰਬਿਟਲ। ਨੰਬਰ ਆਫ ਔਰਬਿਟਲ। ਹਾਂਜੀ ਉਮੀਦ ਹੈ ਕਲੀਅਰ ਹੋਏਗਾ। ਹਾਂਜੀ ਜੇ ਮੈਂ ਗੱਲ ਕਰਾਂ n = 1 ਦੇ ਲਈ,
ਤਾਂ n ਇਕੁਅਲ 1 ਦੇ ਲਈ l ਦੀ ਕਿਹੜੀ ਵੈਲਿਊਜ਼ ਹੋ ਸਕਦੀਆਂ ਨੇ? l ਦੀ ਤਾਂ ਬੱਚੇ ਜ਼ੀਰੋ ਹੀ ਵੈਲਿਊ ਹੋਊਗੀ। ml ਦੀ ਬੱਚੇ ਕਿਹੜੀ ਵੈਲਿਊ ਹੋ ਸਕਦੀ ਆ? -l to +l ਮਤਲਬ 0। ਸ਼ਬਦ ਸ਼ੈਲ ਕਿਹੜਾ ਹੋਊ ਬੱਚੇ? s ਹੀ ਹੋਊਗਾ, s ਹੋਊਗਾ। ਨੰਬਰ ਆਫ ਸ਼ਬਦ ਸ਼ੈਲ ਕਿਹੜੇ ਹੋਣਗੇ? ਨੰਬਰ ਆਫ ਸ਼ਬਦ ਸ਼ੈਲ 1 ਹੀ ਹੋਊਗਾ। ਨੰਬਰ ਆਫ ਔਰਬਿਟਲ ਕਿਹੜੇ ਹੋਣਗੇ? ਨੰਬਰ ਆਫ ਔਰਬਿਟਲ 1 ਹੀ ਹੋਣਗੇ, ਕਿਉਂਕਿ ਇੱਕ ਹੀ ਬਣਿਆ ਸਾਡੇ ਕੋਲੇ ਨੰਬਰ। ਹੁਣ ਇਹ ਦੇਖੋ 2 ਦੇ ਲਈ l ਦੀ ਵੈਲਿਊਜ਼ ਕਿਹੜੇ ਹੋਣਗੇ? ਇੱਕ ਤਾਂ ਬੱਚੇ 0 ਹੋਊਗੀ, ਇੱਕ 1 ਹੋਊਗੀ। ml ਕਿਹੜੇ ਹੋਣਗੇ? -l to +l ਹੋਣਗੇ ਨਾ, ਤਾਂ ਦੇਖੋ -1 0 +1 ਕਿਹੜਾ ਹੋਊਗਾ? s ਹੋਊਗਾ। p 0 ਦੇ ਕੋਰਸਪੋਂਡਿੰਗ s, 1 ਦੇ ਕੋਰਸਪੋਂਡਿੰਗ p। ਨੰਬਰ ਆਫ ਸ਼ਬਦ ਸ਼ੈਲ ਇਹ ਹੋਣਗੇ ਬੱਚੇ 1 ਤੇ 3, ਕਿਉਂਕਿ s ਦੇ ਵਿੱਚ ਬੱਚੇ ਇੱਕ ਔਰਬਿਟਲ ਹੁੰਦਾ, p ਦੇ ਵਿੱਚ 3 ਔਰਬਿਟਲ ਹੁੰਦੇ ਨੇ। ਤਾਂ ਨੰਬਰ ਆਫ ਔਰਬਿਟਲ ਕਿੰਨੇ ਹੋਣਗੇ? ਟੋਟਲ 4, 3 ਤੇ 1 4। ਉਸ ਤੋਂ ਬਾਅਦ ਮੈਂ ਗੱਲ ਕਰਾਂ 3, n ਦੀ ਵੈਲਿਊਜ਼ 3, ਤਾਂ l ਦੀ ਵੈਲਿਊਜ਼ ਕਿਹੜੀਆਂ ਹੋਣਗੀਆਂ? ਦੇਖੋ 0 1 2, ਇਹਨੂੰ ਐਵੇਂ ਯਾਦ ਰੱਖਣਾ ਜਿਵੇਂ 0 ਤੋਂ n - 1। n - 1 ਦਾ ਮਤਲਬ ਵੀ n ਤੋਂ ਘੱਟ, n ਤੋਂ ਘੱਟ ਜਾਂ 3 ਤੋਂ ਘੱਟ, 3 ਤੋਂ 1 ਘੱਟ ਕੀ ਆ? 2। ਤਾਂ ml ਦੀ ਕਿਹੜੀ ਵੈਲਿਊਜ਼ ਹੋਣਗੀਆਂ ਬੱਚੇ? ml ਦੀ ਹੋਣਗੀਆਂ -3 - ਤੋਂ -l to +l ਹੁੰਦੀ ਆ, -l to +l। ਤਾਂ -l ਕੀ ਆ? 2 - 1 0 1 2, ਠੀਕ ਆ। ਸੌਰੀ ਐਵੇਂ 0 ਦੇ ਕੋਰਸਪੋਂਡਿੰਗ ਬੱਚੇ 0, 1 ਦੇ ਕੋਰਸਪੋਂਡਿੰਗ -l 0 +l। ਤਾਂ ਇਹ ਸਿਰਫ 2 ਦੇ ਕੋਰਸਪੋਂਡਿੰਗ ਹੈ। ਤਾਂ 0 ਦੇ ਕੋਰਸਪੋਂਡਿੰਗ s, 1 ਦੇ ਕੋਰਸਪੋਂਡਿੰਗ p, 2 ਦੇ ਕੋਰਸਪੋਂਡਿੰਗ d। ਤਾਂ ਇਹਦੇ ਵਿੱਚ 1, ਇਹਦੇ ਵਿੱਚ 3, ਇਹਦੇ ਵਿੱਚ ਕਿੰਨੇ ਹੋ ਗਏ? ਇਹਦੇ ਵਿੱਚ ਕਿੰਨੇ ਹੋ ਗਏ? 5। ਤਾਂ ਟੋਟਲ ਕਿੰਨੇ ਔਰਬਿਟਲ ਹੋ ਗਏ? 5 ਤੇ 8 ਤੇ 1 9, ਠੀਕ ਹੈ, 9 ਔਰਬਿਟਲ ਹੋ ਗਏ, ਠੀਕ ਹੈ। ਐਵੇਂ ਤੁਸੀਂ 4th ਦੀ ਕਰ ਸਕਦੇ ਹੋ। ਅਤੇ ਮੈਂ ਇੱਕ ਗੱਲ ਹੋਰ ਦੱਸ ਦੇਣਾ ਬੱਚੇ, ਜਿਹੜੇ ਔਰਬਿਟਲ ਹੁੰਦੇ ਨੇ, ਇੱਕ ਔਰਬਿਟਲ ਦੇ ਵਿੱਚ 2 ਇਲੈਕਟ੍ਰੋਨ ਹੀ ਆ ਸਕਦੇ ਨੇ ਹਮੇਸ਼ਾ, ਠੀਕ ਹੈ। ਜੇ ਇੱਥੇ ਨੰਬਰ ਆਫ ਔਰਬਿਟਲ ਮੈਂ 1 ਕਿਹਾ ਤਾਂ ਇਹ ਕਿੰਨੇ ਇਲੈਕਟ੍ਰੋਨ ਅਕਮੋਡੇਟ ਕਰ ਸਕਦਾ? ਜਿਵੇਂ ਇੱਕ ਵੈਲਿਊ ਵਾਲਾ ਕਿੰਨੇ ਇਲੈਕਟ੍ਰੋਨ ਅਕਮੋਡੇਟ ਕਰ ਸਕਦਾ ਬੱਚੇ? 2 ਕਰ ਸਕਦਾ। ਇੱਕ ਔਰਬਿਟਲ ਦੇ ਵਿੱਚ 2 ਆ ਸਕਦੇ ਨੇ, 4 ਦੇ ਵਿੱਚ ਕਿੰਨੇ ਆ ਸਕਦੇ ਨੇ? 8 ਆ ਸਕਦੇ ਨੇ। 3 ਇਕੁਅਲ 2 ਦੇ ਲਈ ਕਿੰਨੇ ਔਰਬਿਟਲ ਅਕਮੋਡੇਟ ਕਰ ਸਕਦਾ? 8 ਕਰ ਸਕਦਾ। ਇੱਕ ਔਰਬਿਟਲ ਦੇ ਵਿੱਚ ਬੱਚੇ 2 ਇਲੈਕਟ੍ਰੋਨ ਆ ਸਕਦੇ ਨੇ। ਜਿਵੇਂ ਗੱਲ ਕਰਾਂ 9 ਔਰਬਿਟਲ ਦੇ ਵਿੱਚ ਆਉਣ ਇਲੈਕਟ੍ਰੋਨਸ ਕਿੰਨੇ ਆ ਸਕਦੇ ਨੇ ਬੱਚੇ? 18। ਤਾਂ n ਇਕੁਅਲ 3 ਦੇ ਲਈ 18 ਇਲੈਕਟ੍ਰੋਨ ਹੀ ਆ ਸਕਦੇ ਨੇ। ਭਾਵ ਇਹ ਕੇ ਸ਼ੈਲ ਦੇ ਵਿੱਚ ਜਿਵੇਂ 2 ਇਲੈਕਟ੍ਰੋਨ ਆ ਸਕਦੇ ਨੇ, l ਸ਼ੈਲ ਦੇ ਵਿੱਚ ਆ ਸਕਦੇ ਨੇ ਬੱਚੇ 8 ਇਲੈਕਟ੍ਰੋਨ, m ਦੇ ਵਿੱਚ ਬੱਚੇ ਆ ਸਕਦੇ ਨੇ 18। ਤਾਂ ਉਮੀਦ ਹੈ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ। ਇਸ ਤੋਂ ਬਾਅਦ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਪੋਲੀ ਐਕਸਕਲੂਸ਼ਨ ਪ੍ਰਿੰਸੀਪਲ, ਆਫਰ ਰੂਲ ਐਂਡ ਹਰਨਜ਼ ਰੂਲ। ਅਤੇ ਉਸ ਤੋਂ ਅਸੀਂ ਇਸ ਤੋਂ ਜਿਹੜੇ ਕੁਆਂਟਮ ਨੰਬਰ ਅਸੀਂ ਹੁਣ ਪੜ੍ਹੇ ਨੇ ਬੱਚੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਫਿਲਅਪ ਕਰਨ ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤਾਂ ਇਹਨੂੰ ਲਾਈਟ ਰੇ ਲਾ ਲੈਣਾ, ਇਹਨਾਂ ਨੂੰ ਪੜ੍ਹਨਾ, ਠੀਕ ਹੈ। ਅਤੇ ਇਸ ਤੋਂ ਬਾਅਦ ਅਸੀਂ ਜੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਰਨੀ ਸਿੱਖਾਂਗੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਤੁਹਾਡਾ ਬੇਸ ਹੈ +1 ਦਾ। ਤਾਂ ਉਮੀਦ ਹੈ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕਸ।